चीज़ ਲਈ प्रिपेयर रहो। ਕਿਤੇ ਨਾ ਕਿਤੇ ਤੁਹਾਨੂੰ ਰੇਸਿਜ਼ਮ ਵੀ ਲੈਣੀ ਪਏਗੀ। ਰੇਸਿਜ਼ਮ ਵੀ ਮਿਲਣੀ, ਚਲੋ ਦੇਖੋ ਇਹ ਤਾਂ ਹੁੰਦਾ ਹੀ ਹੈ, ਕੋਈ ਡੋਮੀਨੈਂਟ ਤਾਂ ਹੁੰਦਾ ਹੀ ਹੈ ਕੋਈ ਨਾ ਕਲਚਰ। ਕੋਈ ਤਾਂ ਹੁੰਦਾ ਹੀ ਹੈ ਯਾਰ। ਥੋੜ੍ਹਾ ਲਾਈਕ ਜਿਹਾ ਇੰਡੀਆ 'ਚ ਹੁੰਦਾ ਵੀ ਸਾਨੂੰ ਪਤਾ ਹੀ ਹੈ ਕਾਸਟ ਕਲਾਸ ਦੀ ਜਿਹੜੀ ਹੁੰਦਾ ਹੀ ਆ। ਸਟੋਰੀ ਹੈਗੀ ਆ, ਤੇ ਇੰਡੀਆ 'ਚ ਵੀ ਕਈ ਚੀਜ਼ਾਂ ਥੋੜ੍ਹੀਆਂ ਜ਼ਿਆਦਾ ਡੋਮੀਨੈਂਟ ਹੈਗੀਆਂ ਨੇ, ਉਵੇਂ ਇੱਥੇ ਵੀ ਜਿਨ੍ਹਾਂ ਦੀ ਇਹ ਕਮਿਊਨਿਟੀ ਹੈ ਉਹ ਥੋੜ੍ਹੇ ਡੋਮੀਨੈਂਟ ਰਹਿਣਗੇ ਹੀ ਰਹਿਣਗੇ। Hello guys, welcome to my YouTube channel. Today I am with Ravnoor. She is my classmate. She is also an international student. And today our topic is experience of international student in Canada, especially in Quebec. What experience you face while living in Canada? So my friend Ravnoor share his experience as she has been since she has been come here since 6 months. So let's start in. ਹਾਈ ਗਾਇਸ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਐਜ਼ ਐਨ ਇੰਟਰਨੈਸ਼ਨਲ ਸਟੂਡੈਂਟ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਜੋ ਤੁਹਾਨੂੰ ਦਿਮਾਗ 'ਚ ਰੱਖਣੀਆਂ ਪੈਂਦੀਆਂ ਬਿਫੋਰ ਕਮਿੰਗ, ਐਂਡ ਜਦ ਤੁਸੀਂ ਇੱਥੇ ਹੁੰਦੇ ਹੋ, ਐਂਡ ਦੈਨ ਲੇਟਰ ਜਦ ਤੁਸੀਂ ਇੱਥੇ ਸੈਟਲ ਹੋਣ ਦਾ ਸੋਚਦੇ ਹੋ। ਸਪੈਸ਼ਲੀ ਜਦ ਅਸੀਂ ਕਿਊਬੈਕ ਬਾਰੇ ਸੋਚਦੇ ਹਾਂ ਅਤੇ ਸਾਡੇ ਦਿਮਾਗ 'ਚ ਆਉਂਦਾ ਹੈ ਕਿ ਜਿਵੇਂ ਬੜੀ ਠੰਡ ਹੁੰਦੀ ਹੈ ਇੱਥੇ, ਅਤੇ ਮਤਲਬ ਇੱਥੇ ਸੈਟਲ ਹੋਣਾ ਮੁਸ਼ਕਿਲ ਆ ਕਿਉਂਕਿ ਬਹੁਤ ਸਾਰੇ ਫਰੈਂਚ ਕਮਿਊਨਿਟੀ ਆ ਐਂਡ ਪੰਜਾਬੀ ਕਮਿਊਨਿਟੀ ਘੱਟ ਹੈਗੀ ਹੈ। ਬਟ ਫਿਰ ਵੀ ਐਜ਼ ਐਨ ਇੰਟਰਨੈਸ਼ਨਲ ਸਟੂਡੈਂਟ ਨੂੰ ਹਰ ਇੱਕ ਚੀਜ਼ ਲਈ ਪ੍ਰਿਪੇਅਰ ਹੋਣਾ ਚਾਹੀਦਾ। ਐਂਡ ਅੱਜ ਦੇ ਵਲੌਗ ਦੇ ਵਿੱਚ ਅਸੀਂ ਟਰਾਈ ਕਰਾਂਗੇ ਅਸੀਂ ਜਿੰਨਾ ਮਰਜ਼ੀ ਕਵਰ ਕਰ ਸਕੀਏ। ਐਜ਼ ਮੈਨੂੰ ਇੱਥੇ 6 ਮੰਥਸ ਹੋ ਗਏ ਨੇ ਐਂਡ ਸੁਖਬੀਰ ਨੂੰ ਆਲਮੋਸਟ Almost 9 months. ਆਲਮੋਸਟ 9 ਮੰਥਸ ਹੋ ਗਏ। ਐਂਡ ਲਾਈਕ ਸੁਖਬੀਰ ਤਦ ਆਇਆ ਸੀ ਜਦ ਕੋਵਿਡ ਨਹੀਂ ਸੀਗਾ, ਐਂਡ ਮੇਰੇ ਐਕਸਪੀਰੀਅੰਸਿਸ ਐਜ਼ ਅ ਕੋਵਿਡ ਸਿਨੈਰੀਓ ਦੇ ਵਿੱਚ ਕਿਵੇਂ ਰਹੇ ਆ। ਸੋ ਵੀ ਵਿਲ ਟਰਾਈ ਕਿ ਅਸੀਂ ਜਿੰਨਾ ਮਰਜ਼ੀ ਕਵਰ ਕਰ ਸਕੀਏ, ਅਸੀਂ ਅੱਜ ਦੇ ਵਲੌਗ 'ਚ ਤੁਹਾਡੇ ਲਈ ਕਰ ਸਕੀਏ। ਸੋ ਦੱਸੋ ਵੀ ਤੁਹਾਡਾ ਪਹਿਲਾ ਐਕਸਪੀਰੀਅੰਸ ਕਿ ਮੇਰਾ ਫਸਟ ਵਿੰਟਰ ਜਿਵੇਂ ਇੱਥੇ ਕਿਊਬਿਕ ਜਾਣ ਦਾ, ਬਿਕੋਜ਼ ਅਸੀਂ ਤਾਂ ਚਲੋ ਐਕਸਪੀਰੀਅੰਸ ਕਰ ਹੀ ਰੱਖੇ ਸੀ ਵਿੰਟਰ ਸੰਤਾ ਥੋੜੀ ਉਸ ਵਿੰਟਰ ਵਿੱਚ ਆਏ ਸੀ, ਤੁਹਾਨੂੰ ਕਿਵੇਂ ਲੱਗਿਆ ਜਿਵੇਂ ਕਲਾਈਮੇਟ ਸ਼ਿਫਟ ਹੋਇਆ ਸੀ? ਐਕਸਪੀਰੀਅੰਸ ਦੱਸੋ। ਬਹੁਤ ਜ਼ਿਆਦਾ ਠੰਡ ਹੁੰਦੀ ਹੈ ਨੋ ਡਾਊਟ, ਬਟ ਇੱਕ ਚੀਜ਼ ਲਈ ਪਹਿਲੇ ਪ੍ਰਿਪੇਅਰ ਕਰਦੀ ਹੈ ਕਿ ਗਰਮੀ ਵੀ ਬਹੁਤ ਜ਼ਿਆਦਾ ਹੁੰਦੀ ਹੈ। ਆਈ ਨੋ, ਆਈ ਮੀਨ ਜਦ ਮੈਂ ਇੰਡੀਆ ਸੀਗੀ ਤਾਂ ਸਾਰੇ ਇਹ ਕਹਿੰਦੇ ਸੀਗੇ ਕਿ ਬਹੁਤ ਠੰਡ ਹੁੰਦੀ ਹੈ ਇੱਥੇ, ਕਿਊਬੈਕ ਕਿਉਂ ਜਾਣਾ ਹੈ, ਕਿਊਬੈਕ ਕਿਉਂ ਜਾਣਾ ਹੈ। ਪਰ ਜਦ ਇੱਥੇ ਆਏ ਠੰਡ ਤਾਂ ਜੋ ਸੀਗੀ ਉਹ ਸੀਗੀ, ਪਰ ਗਰਮੀ ਤਾਂ ਇਟਸ ਟੂ ਮੱਚ। ਆਈ ਮੀਨ ਇਟਸ ਵੇ ਟੂ ਮੱਚ ਦੈਨ ਇੰਡੀਆ। ਸੋ ਤੁਹਾਨੂੰ ਪ੍ਰਿਪੇਅਰ ਹੋਣਾ ਪਏਗਾ ਗਰਮੀ ਲਈ ਐਂਡ ਠੰਡ ਲਈ ਵੀ, ਬਟ ਗਰਮੀ ਲਈ। ਬਟ ਇੰਨਾ ਨਹੀਂ ਹੈ ਕਿ ਤੁਸੀਂ ਆਪਣੀ ਲਾਈਫ ਨਹੀਂ ਜੀ ਸਕਦੇ। ਜਿਵੇਂ ਇੰਡੀਆ ਹੁੰਦਾ, ਜਿਵੇਂ ਉੱਥੇ ਮੌਸਮ ਹੁੰਦਾ, ਤੁਸੀਂ ਅਡੈਪਟ ਕਰ ਲੈਂਦੇ ਹੋ, ਸੇਮ ਵੇ ਹੀ ਇੱਥੇ ਹੁੰਦਾ। ਆਈ ਮੀਨ ਕੋਈ ਇੰਨਾ ਫਰਕ ਨਹੀਂ ਪੈਂਦਾ। ਹੌਲੀ ਹੌਲੀ ਹਾਂ ਸਟਾਰਟਿੰਗ ਦੇ ਵਿੱਚ ਲੱਗਦਾ ਹੈ, ਇਨੀਸ਼ੀਅਲੀ ਥੋੜੀ ਪ੍ਰੋਬਲਮ ਆਉਂਦੀ ਹੈ, ਜਿਵੇਂ ਥੋੜਾ ਆਪਾਂ ਐਕਸਟ੍ਰੀਮ ਕੋਲਡ ਮੰਨਦੇ ਆਂਗੇ, ਥੋੜਾ ਜਿਹਾ ਆਪਾਂ ਥੋੜਾ ਫੋਬੀਆ ਵੀ ਹੁੰਦਾ ਕਿ ਕਿਵੇਂ ਮੈਨੇਜ ਕਰਾਂਗੇ ਐਵਰੀ ਠੰਡ। ਥੋੜਾ ਮਾਈਂਡ 'ਚ ਵੀ ਹੁੰਦਾ, ਆਪਣਾ ਮਾਈਂਡ ਵੀ ਪ੍ਰਿਪੇਅਰ ਨਹੀਂ ਹੁੰਦਾ, ਚਲੋ ਬੋਡੀ ਤਾਂ ਹੁੰਦੀ ਨਹੀਂ ਆਪਣੀ, ਪਰ ਆਪਾਂ ਯੂਜ਼ ਟੂ ਹੋ ਜਾਂਦੇ ਹੈਗੇ ਐਜ਼ ਅ ਟਾਈਮ ਪਾਸ। ਪਰ ਹੌਲੀ ਹੌਲੀ ਇੱਦਾਂ ਨਹੀਂ ਹੈ ਕਿ ਮਤਲਬ ਬਹੁਤ ਮੁਸ਼ਕਿਲ ਆ, ਆਪਣੇ ਆਪ ਅਡੈਪਟ ਹੋ ਜਾਂਦੇ ਆ। ਐਂਡ ਦੈਨ ਜਿਵੇਂ ਠੰਡ ਹੈ ਉਵੇਂ ਹੀ ਗਰਮੀ ਹੁੰਦੀ ਹੈ। ਲਾਈਕ ਇਟਸ ਅ ਬੈਲੈਂਸ। ਇੱਦਾਂ ਕੁਛ ਨਹੀਂ ਹੈ, ਇਹ ਪੂਰੀ ਇੱਕ ਮਿਥ ਹੈ ਕਿ ਕਿਊਬੈਕ 'ਚ ਸਿਰਫ ਔਰ ਸਿਰਫ ਠੰਡ ਪੈਂਦੀ ਹੈ ਅਤੇ ਗਰਮੀ ਨਹੀਂ ਪੈਂਦੀ। ਸੋ ਇਟਸ ਅ ਮਿਥ। ਸੋ ਇਸ ਲਈ ਐਜ਼ ਐਨ ਐਕਸਪੀਰੀਅੰਸ ਗਰਮੀ ਐਂਡ ਠੰਡ ਅਸੀਂ ਸਟੂਡੈਂਟਸ ਹਨ, ਅਸੀਂ ਦੱਸ ਰਹੇ ਹਾਂ ਕਿ ਇੱਥੇ ਗਰਮੀ ਵੀ ਉਨੀ ਪੈਂਦੀ ਹੈ ਜਿੰਨੀ ਠੰਡ ਪੈਂਦੀ ਹੈ। ਸੋ ਇਟਸ ਅ ਬੈਲੈਂਸ। ਸੋ ਜਦੋਂ ਤੁਸੀਂ ਕੈਨੇਡਾ ਇੰਡੀਆ ਤੋਂ ਕੈਨੇਡਾ ਆਓਗੇ, ਇਨੀਸ਼ੀਅਲੀ ਤੁਹਾਨੂੰ ਸਭ ਤੋਂ ਫਸਟ ਥਿੰਗ ਐਕਸਪੀਰੀਅੰਸ ਕਰਨੀ ਪਊਗੀ, ਉਹ ਤੁਹਾਨੂੰ ਪਤਾ ਕਲਚਰਲ ਸ਼ੌਕ ਹੈ ਅਤੇ ਲੈਂਗੁਏਜ ਬੈਰੀਅਰ। ਅਤੇ ਐਜ਼ ਤੁਹਾਨੂੰ ਪਤਾ ਵੀ ਕਿਊਬਿਕ 'ਚ ਜ਼ਿਆਦਾ ਫਰੈਂਚ ਬੋਲੀ ਜਾਂਦੀ ਹੈ, ਫਰੈਂਚ ਕਮਿਊਨਿਟੀ ਜ਼ਿਆਦਾ ਹੈਗੀ, ਇਸ ਲਈ ਇੱਥੇ ਥੋੜ੍ਹੇ ਫਰੈਂਚ ਆਉਣੀ ਜ਼ਿਆਦਾ ਜ਼ਰੂਰੀ ਹੈਗੀ। ਬਟ ਚਲੋ ਇੰਗਲਿਸ਼ ਵੀ ਚੱਲ ਜਾਂਦੀ ਹੈਗੀ ਕਿਉਂਕਿ ਅਸੀਂ ਐਜ਼ ਆਟਵਾ ਗੈਟਨਿਊ ਰੀਜ਼ਨ ਰਹਿੰਦੇ ਹਾਂ। ਬੈਨੀਫਿਟਸ ਜਿਵੇਂ ਅਸੀਂ ਹੁਣੇ ਗੱਲ ਕਰ ਰਹੇ ਸੀ ਕਿ ਗੈਟਿਨੋ ਆਉਣ ਦਾ ਕੀ ਬੈਨੀਫਿਟਸ ਨੇ। ਗੈਟਿਨੋ ਇੱਕ ਬਾਰਡਰ 'ਤੇ ਪੈਂਦਾ ਹੈ, ਸੋ ਆਟਵਾ ਦੇ ਬਿਲਕੁਲ ਬਾਰਡਰ 'ਤੇ। ਆਟਵਾ ਇਜ਼ ਸ਼ੇਅਰਿੰਗ ਲਾਈਕ ਜੇ ਤੁਸੀਂ ਜਾਣਦੇ ਹੋ ਚੰਡੀਗੜ੍ਹ ਨੂੰ, ਜਿਵੇਂ ਚੰਡੀਗੜ੍ਹ ਮੋਹਾਲੀ ਪੰਚਕੂਲਾ ਹੈ, ਉਵੇਂ ਹੀ ਆਟਵਾ ਅਤੇ ਗੈਟਿਨੋ ਹੈ। ਐਂਡ ਗੈਟਿਨੋ ਕਿਊਬੈਕ 'ਚ ਪੈਂਦਾ ਪਰ ਆਟਵਾ ਓਨਟਾਰੀਓ 'ਚ ਪੈਂਦਾ, ਅਤੇ ਇਹਦੇ ਬਹੁਤ ਬੈਨੀਫਿਟਸ ਹੈਗੇ ਨੇ। ਰਿਸਰਚ ਆਪਣੀ ਕਰਨੀ ਚਾਹੀਦੀ ਹੈ। ਜਦ ਤੁਸੀਂ ਇੰਡੀਆ 'ਚ ਹੁੰਦੇ ਹੋ
ਵੀਜ਼ਾ ਆਉਣ ਤੋਂ ਪਹਿਲਾਂ ਬਹੁਤ ਆਈਡੀਆਜ਼ ਹੁੰਦੇ ਨੇ, ਤੁਹਾਨੂੰ ਆਪਦਾ ਹੋਮਵਰਕ ਹਾਂਜੀ। ਕਰਨਾ ਪਊਗਾ ਵੀ ਤੁਸੀਂ ਕਰਨਾ ਰਿਸਰਚ ਕਰੋ। ਚਾਹੀਦਾ ਵੀ ਆ। ਹਾਂ, ਆਈ ਚਾਹੀਦਾ ਮੀਨ ਵੀ ਆ। ਹੋਮਵਰਕ ਜੋ ਹੁੰਦਾ ਹੈ, ਜਦ ਤੱਕ ਵੀਜ਼ਾ ਨਹੀਂ ਆਉਂਦਾ ਤਦ ਤੱਕ ਬਹੁਤ ਹਾਂ। ਆਈਡੀਆਜ਼ ਹੁੰਦੇ ਨੇ, ਪਰ ਜਿਵੇਂ ਹੀ ਵੀਜ਼ਾ ਆਉਂਦਾ ਹੈ, ਫਿਰ ਤਦ ਉੱਥੇ ਹਰ ਇੱਕ ਸਟੂਡੈਂਟ ਦੀ ਸੋਚ ਸਿਰਫ ਉਨੀ ਕੀ ਰਹਿ ਜਾਂਦੀ ਹੈ ਕਿ ਬਾਹਰ ਜਾ ਕੇ ਕੰਮ ਬਸ ਕਰਾਂਗੇ ਜੀ, ਵੀਜ਼ਾ ਆ ਗਿਆ ਬਸ ਬਸ ਟੈਨਸ਼ਨ ਇਹ ਨਹੀਂ ਰਹਿਣਾ। ਏਦਾਂ ਨਹੀਂ ਹੁੰਦਾ। ਰਿਸਰਚ ਕਰੋ, Yeah. ਨੈਟ ਤੇ ਕਰੋ, ਕਾਲਜ ਨੂੰ ਗੱਲ ਕਰੋ, ਉਹਨਾਂ ਦੇ ਤੁਹਾਨੂੰ ਕੰਟੈਕਟ ਨੰਬਰ ਵੈਬਸਾਈਟ ਤੇ ਅਵੇਲੇਬਲ ਹੁੰਦੇ ਨੇ। ਆਈ ਨੋ ਜਿੰਨਾ ਕਰ ਸਕਦੇ ਹੋ ਓਨਾ ਕਰੋ, ਕਿਉਂਕਿ ਤੁਸੀਂ ਇੱਥੇ ਆਉਂਦੇ ਹੋ, ਸਭ ਤੋਂ ਪਹਿਲੀ ਗੱਲ ਇਹ ਤੁਹਾਡੀ ਕੰਟਰੀ ਨਹੀਂ ਹੈਗੀ, ਸੋ ਯੂ ਹੈਵ ਟੂ ਬੀ ਪ੍ਰੀਪੇਅਰਡ ਫॉर एवरीथिंग, ਲਾਈਕ ਪ੍ਰੀਪੇਅਰ ਫॉर द ਵਰਸਟ, Yeah. ਐਕਸਪੈਕਟ एवरीथिंग, ਹਾਂ, ਐਕਸਪੈਕਟ ਬੈਸਟ ਬਟ ਆਲਵੇਸ ਪ੍ਰੀਪੇਅਰ ਫॉर ਵਰਸਟ। ਦੇਖੋ ਕੁਝ ਵੀ ਹੋ ਸਕਦਾ ਇੱਥੇ। ਐਜ਼ ਅ 3W ਸਭ ਤੋਂ ਵੱਧ ਫੇਮਸ ਨੇ, ਤੁਹਾਨੂੰ ਪਤਾ ਹੀ ਹੈ, ਵੂਮਨ ਵੈਦਰ ਵਰਕ। ਬਸ ਤੁਸੀਂ ਲਾ ਲਓ, ਅਨਐਕਸਪੈਕਟਡ ਵੀ ਚੀਜ਼ਾਂ ਹੋ ਜਾਂਦੀਆਂ ਨੇ। ਬਹੁਤ ਹੁਣ ਦੇਖੋ COVID-19 ਆ ਗਿਆ, ਅਨਐਕਸਪੈਕਟਡ ਹੈ, ਲੋਕਾਂ ਦੀ ਜੌਬ ਚਲੀ ਗਈਆਂ, ਜਿਹੜੇ ਫਰੈਸ਼ਰ ਨੇ ਉਹਨਾਂ ਨੂੰ ਜੌਬ ਨਹੀਂ ਮਿਲ ਨਹੀਂ ਰਹੀਆਂ, ਮਿਲਿਆ। ਆਈ ਨੋ ਤਾਂ ਬਹੁਤ ਫਰਕ ਪੈਂਦਾ ਹੈ ਇਹ ਚੀਜ਼ ਦਾ। ਬੈਨੀਫਿਟਸ ਨੋ ਡਾਊਟ ਗਵਰਨਮੈਂਟ ਬਹੁਤ ਦਿੰਦੀ ਹੈ, ਪਰ ਉਹਨਾਂ ਦੀ ਵੀ ਕਈ ਸ਼ਰਤਾਂ ਨੇ ਜੋ ਜਿਹਦੇ ਲਈ ਜਿਹੜੇ ਫਰੈਸ਼ਰ ਸਟੂਡੈਂਟਸ ਨੇ ਉਹ ਨਹੀਂ ਕੁਆਲੀਫਾਈ ਕਰਦੇ, ਜਿਹੜੇ ਪਹਿਲੇ ਵਾਲੇ ਨੇ ਉਹ ਵੀ ਸਾਰੇ ਨਹੀਂ ਕੁਆਲੀਫਾਈ ਕਰਦੇ। ਸੋ ਆਈ ਮੀਨ ਉਹਦੇ ਲਈ ਵੀ ਬਹੁਤ ਸਿਲੈਕਟਿਵ ਹੈ। ਇਹੋ ਜਿਹੀ ਕੋਈ ਮਿਥ ਨਹੀਂ ਆ ਕਿ ਜਿੰਨੇ ਵੀ ਇੰਟਰਨੈਸ਼ਨਲ ਸਟੂਡੈਂਟਸ ਆ ਸਾਰਿਆਂ ਨੂੰ ਪੈਸਾ ਮਿਲ ਰਿਹਾ, ਇਹੋ ਜਿਹਾ ਕੁਝ ਨਹੀਂ ਆ। ਐਂਡ ਇਹੋ ਜਿਹਾ ਵੀ ਕੁਝ ਨਹੀਂ ਆ ਕਿ ਜਿੰਨੇ ਵੀ ਇੰਟਰਨੈਸ਼ਨਲ ਸਟੂਡੈਂਟਸ ਆ ਸਾਰੇ ਬਹੁਤ ਘੰਟੇ ਕੰਮ ਕਰ ਰਹੇ, ਇਹੋ ਜਿਹਾ ਕੁਝ ਨਹੀਂ ਆ। ਬਥੇਰੇ ਇਹੋ ਜਿਹੇ ਨੇ ਜਿਨ੍ਹਾਂ ਨੂੰ ਜੌਬਸ ਨਹੀਂ ਹੈਗੀਆਂ, ਬਥੇਰੇ ਇਹੋ ਜਿਹੇ ਨੇ ਹੁਣੇ ਵੀ ਜੌਬਸ ਲੱਭ ਰਹੇ ਨੇ। ਸੋ ਆਲ ਦਿਸ ਇਜ਼ ਅ ਮਿਥ। ਜਦ ਤੁਸੀਂ ਇੰਡੀਆ ਹੁੰਦੇ ਆ ਤਾਂ ਇੱਕ ਪਿਕਚਰ ਬਹੁਤ ਡਿਫਰੈਂਟ ਹੁੰਦੀ ਹਾਂ, ਆ, ਬਹੁਤ ਡਿਫਰੈਂਟ ਨੇ ਪਰ ਜਦ ਅਸੀਂ ਇੱਥੇ ਆਉਂਦੇ ਆ ਤਾਂ ਬਿਲਕੁਲ ਚੀਜ਼ਾਂ ਬਦਲ ਜਾਂਦੀਆਂ। ਸੋ ਐਜ਼ ਅ ਸਟੂਡੈਂਟ ਸਭ ਕੁਝ ਪ੍ਰਿਪੇਅਰ ਹੋਣਾ ਚਾਹੀਦਾ ਹੈ, ਤੁਹਾਡੇ ਕੋਲ ਆਪਦੀ ਨੌਲੇਜ ਹੋਣੀ ਚਾਹੀਦੀ ਹੈ, ਆਲਰੇਡੀ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਉੱਥੇ ਜਾ ਕੇ ਕਿੱਥੇ ਰਹਿਣਾ ਹੈ। ਇੱਕ ਹਾਊਸਿੰਗ ਪ੍ਰੋਬਲਮ ਹੈ ਜਿਹੜੀ Housing problem ਹੈ। ਸਟੂਡੈਂਟਸ ਨਹੀਂ ਦੇਖਦੇ, ਕਹਿੰਦੇ ਉੱਥੇ ਜਾ ਕੇ ਦੇਖ ਲੈਣਗੇ, ਬਟ ਨਹੀਂ। ਇਨੀਸ਼ੀਅਲੀ ਤੁਹਾਨੂੰ ਇੰਡੀਆ ਤੋਂ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਕਿੱਥੇ ਜਾ ਕੇ ਰਹਿਣਾ ਕਿੱਥੇ ਜਾਣਾ। ਸੋ ਦੈਟ ਐਟਲੀਸਟ ਤੁਹਾਨੂੰ ਇੰਨਾ ਪਤਾ ਹੋਵੇ, ਠੰਡ ਹੋਵੇ ਗਰਮੀ ਹੋਵੇ, ਤੁਹਾਡੇ ਕੋਲ ਇੱਕ ਘਰ ਹੈਗਾ, ਹਾਂ, ਵੀ ਤੁਹਾਡੇ ਤੁਸੀਂ ਕੋਲ ਜੇ ਇੱਕ ਛੱਤ ਇੱਥੇ ਹੈ। ਲੈਂਡ ਹੋਗੇ, ਤੁਸੀਂ ਕੈਨੇਡਾ 'ਚ, ਤੁਹਾਨੂੰ ਪਤਾ ਹੋਵੇ ਵੀ ਤੁਸੀਂ ਕਿੱਥੇ ਜਾਣਾ ਹੈ, ਕਿਹਦੇ ਲਈ ਵੀ ਜਾਣਾ ਹੈ। ਐਟਲੀਸਟ ਮਤਲਬ 15 ਜਾਂ 20 ਡੇਜ਼ ਲਈ, ਅੰਟਿਲ ਤੁਹਾਡੀ ਸਭ ਕੁਝ ਹੋ ਜੇ, ਵੀ ਸਾਰ ਤੁਹਾਨੂੰ ਮਿਲ ਜੇ, ਥੋੜੀ ਤੁਹਾਨੂੰ ਸੈਟਿੰਗ ਹੋ setting ਜਾਏ, ਹੋ ਜਾਏ, ਉਹਦੇ ਹਾਂ। ਬਾਅਦ ਤੁਸੀਂ ਜ਼ਰੂਰ ਲੱਭੋ ਨਵੇਂ ਘਰ, ਬਟ ਜ਼ਰੂਰ। ਐਟਲੀਸਟ ਫਰੋਮ ਇੰਡੀਆ ਤੁਹਾਨੂੰ ਪ੍ਰਿਪੇਅਰ ਹੋਣਾ ਚਾਹੀਦਾ। ਆਈ ਨੋ ਇੱਥੇ ਸਭ ਕੁਝ, ਇੱਥੇ ਵੀ ਗੁਰਦੁਆਰਾ ਸਾਹਿਬ ਹੈਗਾ ਹੈ, ਤੁਸੀਂ ਜਾ ਕੇ ਰਹਿ ਸਕਦੇ ਹੋ, ਖਾ ਸਕਦੇ ਹੋ, ਬਟ ਬਿਕੋਜ਼ ਆਫ ਦ ਕੋਵਿਡ ਉਹ ਵੀ ਪ੍ਰੋਬਲਮ ਹੋ ਗਈ, ਲਾਈਕ ਉਹ ਵੀ ਉਹਨਾਂ ਨੂੰ ਨਹੀਂ ਖੋਲਣਾ ਪਿਆ ਹਾਂ। ਨੋਰਮਲ ਸਾਰੇ ਲੋਕਾਂ ਲਈ। ਸੋ ਇਸ ਲਈ ਕੁਝ ਵੀ ਹੋ ਸਕਦਾ, ਯੂ ਸ਼ੁੱਡ ਬੀ ਪ੍ਰਿਪੇਅਰਡ। ਇਸ ਲਈ ਤੁਹਾਡੇ ਕੋਲ ਐਟਲੀਸਟ ਇੱਕ ਘਰ ਹੋਣਾ ਚਾਹੀਦਾ, ਸੋ ਦੈਟ ਤੁਹਾਨੂੰ ਪਤਾ ਹੈ ਕਿ ਜਿੱਥੇ ਤੁਸੀਂ ਜਾਓ ਤੁਹਾਡੇ ਕੋਲ ਰਹਿਣ ਲਈ ਥਾਂ ਹੈ, ਬੈੱਡ ਨਾ ਹੋਵੇ, ਕੁਛ ਨਾ ਹੋਵੇ, ਪਰ ਐਟਲੀਸਟ ਇੱਕ ਛੱਤ ਹੋਵੇ ਤਾਂ ਕਿ ਠੰਡ ਹੈ, ਗਰਮੀ ਹੈ, ਇਟਸ ਨਾਟ ਦ ਪੁਆਇੰਟ। ਤੋ ਤੁਹਾਨੂੰ ਪ੍ਰਿਪੇਅਰ ਹੋਣਾ ਚਾਹੀਦਾ, ਆਪਣੀ ਸਾਰੇ ਜਿੰਨੇ ਫੈਕਟਸ ਨੇ ਸਾਰੇ ਇਕੱਠੇ ਕਰੋ। ਕੰਮ ਜੇ ਉਧਰੋਂ ਲੱਗਦਾ ਕਿ ਇੱਥੇ ਬੜਾ ਕੰਮ ਹੈ, ਪਰ ਇੱਥੇ ਆ ਕੇ ਪਤਾ ਚੱਲਦਾ ਇੱਥੇ ਹੈ ਪਤਾ ਲੱਗ ਵੀ ਕਿ ਇੰਨਾ ਵੀ ਨਹੀਂ ਹੈਗਾ ਜਿੰਨਾ ਉੱਥੇ ਕਹਿੰਦੇ ਹੁੰਦੇ ਸੀ। ਜਿਵੇਂ ਹੀ ਇੰਡੀਆ ਹੈ ਉਵੇਂ ਹੀ ਕੈਨੇਡਾ ਹੈ। ਉਹਨਾਂ ਕੋਲ ਇੰਡੀਆ ਕੋਲ ਰਿਸੋਰਸਿਸ ਇੰਨੀਆਂ ਨਹੀਂ ਹੈਗੀਆਂ, ਬਟ ਕੈਨੇਡਾ ਕੋਲ ਜੇ ਹੈਗੀਆਂ ਰਿਸੋਰਸਿਸ ਸਟਿਲ ਤੁਸੀਂ ਇਹ ਤੁਹਾਡੀ ਕੰਟਰੀ ਨਹੀਂ ਹੈਗੀ। ਸੋ ਯੂ ਸ਼ੁੱਡ ਬੀ ਪ੍ਰਿਪੇਅਰਡ ਕਿ ਐਜ਼ ਅ ਸਟੂਡੈਂਟ ਵੈਨ ਯੂ ਕਮ ਯੂ ਵਿਲ ਆਲਵੇਜ਼ ਬੀ ਅ ਸੈਕੰਡਰੀ ਪਰਸਨ ਇਨ ਕੈਨੇਡਾ, ਯੂ ਆਰ ਨਾਟ ਪ੍ਰਾਇਮਰੀ। ਤਾਂ ਤੁਸੀਂ ਇਸ ਤਰੀਕੇ ਨਾਲ ਸੋਚ ਕੇ ਆਏ ਹੋ ਕਿ ਅਸੀਂ ਉੱਥੇ ਜਾਵਾਂਗੇ, ਸਾਨੂੰ ਪਹਿਲਾਂ ਦਿਨ ਹੀ ਕੰਮ ਮਿਲ ਜੂਗਾ, ਅਸੀਂ ਘੁੰਮਾਂਗੇ, ਅਸੀਂ ਕਰਾਂਗੇ, ਸਭ ਕੁਝ ਹੁੰਦਾ ਹੈ। ਮੋਰ ਓਵਰ But- ਤੁਸੀਂ ਵੀ ਪਾਰਟ ਟਾਈਮ ਤੇ ਹੁੰਦੇ ਹੋ Yeah. ਆਨਸਰ, ਤਾਂ ਪਾਰਟ ਟਾਈਮ ਤੇ ਤੁਹਾਨੂੰ ਪਤਾ ਵੀ ਅਸੀਂ 3-4 ਦਿਨ ਹੀ ਕੰਮ ਕਰ ਸਕਦੇ ਹਾਂ, Right. ਬਾਕੀ ਦਿਨ ਕਾਲਜ ਹੁੰਦਾਗਾ। ਫੀਸਾਂ ਹੁੰਦੀਆਂ ਨੇ, ਆਈ ਮੀਨ ਦੇਰ ਇਜ਼ ਸੋ ਮੱਚ ਜੋ ਤੁਹਾਡੇ ਦਿਮਾਗ 'ਚ ਹੁੰਦਾ ਹੈ। ਸੋ ਵੈਨ ਯੂ ਆਰ ਇਨ ਇੰਡੀਆ ਇੰਜੋਏ, ਜਦ ਤੱਕ ਤੁਹਾਡੇ ਵੀਜ਼ਾ ਨਹੀਂ ਆਉਂਦਾ ਜਿੰਨਾ ਇੰਜੋਏ ਕਰ ਸਕਦੇ ਹੋ ਉਹਨਾਂ ਇੰਜੋਏ। ਸਟਰਗਲ ਹੀ ਆ ਤਾਂ day one ਤੋਂ ਪੈਰ ਧਰਿਆ ਸਟਰਗਲ। ਆਈ ਨੋ, ਆਈ ਮੀਨ ਸਟਰਗਲ ਦਾ ਫਲ ਵੀ ਮਿਲਦਾ ਹੈ। ਫਲ ਵੀ ਆਈ ਮਿਲਦਾ ਹੀ ਮੀਨ ਹੈਗਾ। ਹਰ ਚੀਜ਼ ਦਾ ਬੈਨੀਫਿਟ ਵੀ ਆ, ਹਰ ਚੀਜ਼ ਦਾ ਆਈ ਮੀਨ ਨੈਗੇਟਿਵ ਵੀ ਹੈਗਾ। ਘਰ ਦੀ ਯਾਦ ਬਹੁਤ ਆਉਂਦੀ ਹੈ, ਬਟ ਸਟਿਲ ਤੁਹਾਨੂੰ ਜੋ ਤੁਸੀਂ ਕਰਦੇ ਹੋ ਉਹਦਾ ਰਿਜ਼ਲਟ ਜ਼ਰੂਰ ਮਿਲਦਾ ਹੈ। ਸੋ ਮਿਹਨਤ ਕਰਨ ਤੋਂ ਨਾ ਲਾਈਕ ਸੰਗਿਓ, ਯੂ ਹੈਵ ਟੂ ਬੀ ਵੈਰੀ ਵਰਕ ਹਾਰਡਿੰਗ। ਅਗਰ ਜੇ ਤੁਸੀਂ ਕੁਝ ਬਣਨਾ ਇੱਥੇ ਤਾਂ ਯੂ ਰੀਅਲੀ ਹੈਵ ਟੂ ਵਰਕ ਹਾਰਡ। ਬਿਨਾਂ ਕੁਝ ਕਰੇ ਕੁਝ ਨਹੀਂ ਮਿਲਦਾ, ਨਾ ਇੰਡੀਆ ਨਾ ਇੱਥੇ। ਸਪੈਸ਼ਲੀ ਥੋੜੇ ਜਿਹੜੇ 12th ਕਰਕੇ ਆਉਂਦੇ ਨੇ ਥੋੜਾ ਜਿਹਾ ਬਾਹਰ, ਉਹਨਾਂ ਨੂੰ ਥੋੜਾ ਜ਼ਿਆਦਾ ਕੇਅਰਫੁਲੀ ਰਹਿਣਾ I ਪੈਂਦਾ, know, ਹਾਂ। ਬਿਕੋਜ਼ ਉਹ ਥੋੜੇ ਜਿਹੇ ਇਮੈਚੁਰ ਹੁੰਦੇ ਨੇ, ਖਰਚੇ ਵਧਾ ਲੈਂਦੇ ਨੇ ਉਰੇ ਆ ਕੇ। ਆਈਫੋਨ ਲੈ ਲਿਆ, ਠੀਕ ਹੈ, ਵਧੀਆ ਵਧੀਆ On this ਡਰੈਸਿਸ ਲੈ area, I ਲਿਆ, know. ਬ੍ਰਾਂਡਡ ਕੱਪੜੇ ਜੇ ਲੈ ਤੁਸੀਂ ਲਏ। ਲਾਈਕ ਲਿਟਰਲੀ ਐਗਜ਼ਾਮਪਲ ਆਈ ਅੰਡਰਸਟੈਂਡ ਜੋ ਵੀ ਟੈਕਨੋਲੋਜੀ ਹੈ ਨਾ, ਆਈਫੋਨ ਲੈਣਾ, ਵੱਡੇ ਤੋਂ ਵੱਡਾ ਅਪਡੇਟ ਲੈਣਾ, ਵਿਚ ਇਜ਼ ਵੈਰੀ ਗੁੱਡ, ਲੈਣਾ ਵੀ ਚਾਹੀਦਾ। ਜੇ ਅਫੋਰਡ ਕਰ ਸਕਦੇ ਹੋ ਕਿਉਂ ਨਾ ਲਵੋ, ਬਟ ਦ ਥਿੰਗ ਇਜ਼ ਜੋ ਆਈਫੋਨ ਦੀ ਕਾਸਟ ਨਹੀਂ ਹੁੰਦੀ ਓਨੀ ਅਸੀਂ ਇਹਨਾਂ ਨੂੰ ਇੰਟਰਸਟ
ਤੇ ਉਹਨੇ ਅਸੀਂ ਇੰਸਟਾਲਮੈਂਟਸ ਤੇ ਦੇਣੇ ਆ। ਇੰਸਟਾਲਮੈਂਟ ਐਵੇਂ ਲਾਈਕ ਜੇ ਤੁਸੀਂ ਆਈਫੋਨ ਲੈਂਦੇ ਹੋ ਉਹਦੀ 2 ਜਾਂ 3 ਸਾਲਾਂ ਦੀ ਇੰਸਟਾਲਮੈਂਟਸ ਹੁੰਦੀ ਹੈ। ਇੱਕ ਵਾਰੀ ਕੈਲਕੂਲੇਟ ਕਰੋ ਕਿ ਓਨਾ ਹੀ ਪੈਸਾ ਉਹ ਤੋਂ ਵੱਧ ਜੇ ਤੁਸੀਂ ਬਚਾਓ ਜਾਂ ਕੋਈ ਹੋਰ ਫੋਨ ਲੈ ਲਓ ਤਾਂ ਤੁਹਾਨੂੰ ਉਹ ਬਚ ਸਕਦਾ ਹੈ ਐਂਡ ਸ਼ਾਇਦ ਤੁਹਾਡੀ ਫੀਸ 'ਚ ਹੈਲਪ ਹੋ ਸਕਦੀ ਹੈ ਜਾਂ ਕੁਝ ਹੋਰ ਕਰਨ 'ਚ ਹੈਲਪ ਹੋ ਸਕਦੀ ਹੈ। ਸੋ ਐਜ਼ ਅ 12th ਪਾਸ ਕਰਕੇ ਜਿਹੜੇ ਆਉਂਦੇ ਨੇ ਯੂ ਸ਼ੁੱਡ ਬੀ ਅ ਬਿਟ ਪ੍ਰੀਪੇਅਰਡ ਐਂਡ ਮੈਚਿਓਰਡ, ਕਿਉਂਕਿ ਜੇ ਤੁਸੀਂ ਇੱਥੇ ਆਉਂਦੇ ਹੋ ਤਾਂ ਸਭ ਕੁਝ ਬਹੁਤ ਨਵਾਂ ਹੁੰਦਾ ਹੈ। ਇਟਸ ਕੰਪਲੀਟਲੀ ਡਿਫਰੈਂਟ ਫਰੋਮ ਇੰਡੀਆ ਤੇ ਕਿਤੇ ਨਾ ਕਿਤੇ ਐਕਸਾਈਟਮੈਂਟ ਵੀ ਹੁੰਦੀ ਹੈ ਜਿਹਦੇ 'ਚ ਬਹੁਤ ਗਲਤੀਆਂ ਹੋ ਜਾਂਦੀਆਂ, ਬਹੁਤ ਹੁੰਦੀਆਂ ਤੁਸੀਂ ਸੋ ਪ੍ਰੀਪੈਰੇਸ਼ਨ ਹੋਣੀ ਚਾਹੀਦੀ ਹੈ। ਪੀਅਰ ਪ੍ਰੈਸ਼ਰ ਦੇ ਮਗਰ ਲੱਗ ਕੇ ਤੁਸੀਂ ਵੀ ਆਪ ਵੀ ਚੀਜ਼ ਲੈ ਲੈਂਦੇ ਹੋ, ਜਿਵੇਂ Yeah. ਤੁਹਾਨੂੰ ਪਤਾ ਵੀ ਉਹਨੇ ਲੈਤਾ ਮੈਂ ਵੀ ਲੈਤਾ, ਥੋੜੇ ਇਹ ਥੋੜਾ ਅਵੋਇਡ ਕਰਿਓ ਚੀਜ਼ਾਂ, ਬਿਕੋਜ਼ ਆਪਣੀ ਫੈਮਿਲੀ ਸਿਚੁਏਸ਼ਨ ਹੁੰਦੀ ਹੈ ਕਿ ਤੁਹਾਨੂੰ ਪਤਾ ਹੈਗਾ ਆਪਣੀ ਇੰਡੀਆ ਜਾਣ ਤੋਂ ਪਹਿਲਾਂ ਸਭ ਕੁਝ ਲੈ ਲਓ, ਜੇ ਉੱਥੇ ਜਾ ਕੇ ਸਾਰਿਆਂ ਨੂੰ ਦਿਖਾਣਾ ਹੈ ਤਾਂ ਜ਼ਰੂਰ ਲੈ ਲਓ, ਬਟ ਇੱਥੇ ਜਸਟ ਟਰਾਈ ਟੂ ਬੀ ਸਿੰਪਲ। ਐਕਚੁਅਲੀ ਜੇ ਮੈਨੂੰ ਕਿਸੇ ਨੇ ਕਿਹਾ ਸੀ ਆਉਣ ਤੋਂ ਪਹਿਲਾਂ ਕਿ 5 ਪਜਾਮੇ ਲੈ ਆਓ, 5 ਟੀ-ਸ਼ਰਟਾਂ ਲੈ ਆਓ ਐਂਡ ਸਰ ਜੇਗਾ, ਐਂਡ ਇਟ ਇਜ਼ ਟਰੂ। ਇੱਥੇ ਕੋਈ ਨਹੀਂ ਤੁਹਾਨੂੰ ਦੇਖਦਾ ਤੁਸੀਂ ਕੀ ਪਾਇਆ ਹੈ, ਕੋਈ ਨਹੀਂ ਦੇਖਦਾ ਕਿ ਤੁਸੀਂ ਕਿੰਨੇ ਮਹਿੰਗੇ ਕੱਪੜੇ ਪਾਏ ਨੇ, ਕੋਈ ਨਹੀਂ ਦੇਖਦਾ ਤੁਹਾਡੇ ਕੋਲ ਕੀ ਕੁਛ ਹੈ। ਤੁਸੀਂ ਪੰਜਾਬੇ 'ਚ ਵੀ ਘੁੰਮੋਗੇ ਤਾਂ ਵੀ ਤੁਸੀਂ ਉਹੀ ਹੋ, ਜੇ ਤੁਸੀਂ ਸੂਟ ਪਾ ਕੇ ਵੀ ਘੁੰਮੋਗੇ ਤਾਂ ਹੀ ਤੁਸੀਂ ਉਹ ਹੋ। ਲਾਈਕ ਇਟਸ ਨਾਟ, ਇੱਥੇ ਕੋਈ ਫਰਕ ਨਹੀਂ ਪੈਂਦਾ। ਪੂਰੇ ਕਿਤੇ ਕਿਤੇ ਪਾਰਟੀਆਂ ਇੰਜੋਏ ਕਰਨੀ, ਪਾਰਟੀ ਤੇ ਜਾਣਾ, ਕਾਲਜ ਉਧਰੋਂ ਕੰਮ ਤੇ ਘਰੇ, ਬਸ ਆਹ ਤਿੰਨ ਚੀਜ਼ਾਂ। ਐਕਚੁਅਲੀ ਜੇ ਇੱਕ ਦਿਨ ਛੁੱਟੀ ਮਿਲਦੀ ਹੈ ਤਾਂ ਤੁਸੀਂ ਬਹਿ ਕੇ ਸਿਰਫ ਆਪਣੇ ਆਪ ਨੂੰ ਹੀ ਵੇਖ ਸਕਦੇ ਹੋ, ਹੋਰ ਕੁਝ ਨਹੀਂ ਕਰ ਸਕਦੇ। ਸ਼ਿਫਟਾਂ ਹੁੰਦੀਆਂ ਨੇ, ਉਹੋ ਜਿਹਾ ਸਟਰਗਲ ਜ਼ਰੂਰ ਆ। ਤੁਹਾਨੂੰ 5 ਵਜੇ ਵੀ ਉੱਠਣਾ ਪਊਗਾ, 4 ਵਜੇ ਵੀ ਉੱਠਣਾ ਪਊਗਾ, ਹਫਤਾ ਨੀਂਦ ਨਹੀਂ ਮਿਲਦੀ, ਇਹ ਸਾਰੀਆਂ ਚੀਜ਼ਾਂ ਵੀ ਪ੍ਰਿਪੇਅਰ ਹੈ। ਬਟ ਹਾਂ, ਇਹਨਾਂ ਸਾਰਿਆਂ ਦਾ ਰਿਜ਼ਲਟ ਬਹੁਤ ਚੰਗਾ ਹੁੰਦਾ, ਤੁਹਾਨੂੰ ਜ਼ਰੂਰ ਉਹ ਮਿਲਦਾ ਜੋ ਤੁਹਾਨੂੰ ਚਾਹੀਦਾ। ਤੁਸੀਂ ਕੱਲ ਨੂੰ ਜੋ ਆਪਣੀ ਵਿਸ਼ੇਸ ਨੇ, ਆਪਣੇ ਡ੍ਰੀਮ ਇੱਥੇ ਪੂਰੇ ਕਰ ਸਕਦੇ ਹੋ, ਨੋ ਡਾਊਟ, ਬਟ ਸਟਿਲ ਆਪਣੇ ਆਪ ਨੂੰ ਇੰਨਾ ਓਪਨ ਨਹੀਂ ਕਰਨਾ ਚਾਹੀਦਾ ਕਿ ਤੁਸੀਂ ਆਪਦੇ ਰੂਟਸ ਨੂੰ ਭੁੱਲ ਜਾਓ। ਸੋ ਦਿਸ ਇਜ਼ ਸਮਥਿੰਗ ਜੋ ਬਹੁਤ ਇੰਪੋਰਟੈਂਟ ਆ, ਹੈ ਨਾ। ਇੱਥੇ ਆ ਕੇ ਅਸੀਂ ਪੰਜਾਬੀ ਭੁੱਲ ਜਾਂਦੇ ਹਾਂ, ਇੱਥੇ ਆ ਕੇ ਅਸੀਂ ਇੰਗਲਿਸ਼, ਫਿਰ ਫ੍ਰੈਂਚ, ਫਿਰ ਇਹਨਾਂ ਕੁਝ ਹੁੰਦਾ ਹੈ ਕਿ ਅਸੀਂ ਐਕਚੁਅਲੀ ਭੁੱਲ ਜਾਂਦੇ ਹਾਂ, ਉਹ ਨਹੀਂ ਕਰਨਾ ਚਾਹੀਦਾ। ਮਤਲਬ ਤੁਸੀਂ ਦੇਖੋ 2 ਸਾਲ 2-2.5 ਸਾਲ ਜਿੰਨੀ ਤੁਹਾਡੀ ਸਟੱਡੀ ਹੈਗੀ ਤੁਸੀਂ ਕੰਪਲੀਟ ਕਰੋ, ਉਸ ਤੋਂ ਬਾਅਦ ਬਸ ਤੁਸੀਂ ਸ਼ੌਂਕ ਪੂਰੇ ਕਰਨ ਤੇ ਹੀ ਹੋ, ਵਰਕ ਪਰਮਿਟ ਤੇ ਹੋ ਜਾਓਗੇ ਫੁੱਲ ਟਾਈਮ ਤੇ, ਜੋ ਮਰਜ਼ੀ ਆਪਣਾ ਜਿਹੜਾ ਤੁਸੀਂ ਹੈਗਾ ਸ਼ੌਂਕ ਪੂਰੇ ਕਰੋ, ਜਿੰਨਾ ਕੰਮ ਕਰਨਾ ਕਰੋ, ਕੋਈ ਨਹੀਂ ਰੋਕਦਾ। ਬਟ ਟਰਾਈ ਕਰੋ ਕਿ ਜੋ ਤੁਸੀਂ ਹੈਗੇ ਹੋ ਉਹ ਤੁਸੀਂ ਮੇਨਟੇਨ ਰੱਖੋ। ਇੱਥੇ ਆ ਕੇ ਬਹੁਤ ਛੇਤੀ ਲੋਕ ਬਦਲ ਜਾਂਦੇ ਨੇ, ਕਿਉਂਕਿ ਇੱਥੇ ਦੀ ਇਹੋ ਜੀ ਇੱਧਰ ਦੀ ਹਵਾ ਹੀ ਕੁਝ ਇਹੋ ਜਿਹੀ ਆ, ਹੈ ਨਾ। ਸਾਰਿਆਂ ਨੂੰ ਆਪਦਾ ਕੰਮ ਹੁੰਦਾ ਹੈਗਾ, ਰਾਈਟ। ਉਸ ਤਰੀਕੇ 'ਚ ਇਸ ਲਈ ਟਰਾਈ ਕਰੋ ਕਿ ਜੋ ਤੁਸੀਂ ਹੈਗੇ ਹੋ, ਹੈ ਨਾ, ਟਰਾਈ ਟੂ ਬੀ ਦੈਟ। ਐਂਡ ਇੱਕ ਚੀਜ਼ ਜ਼ਰੂਰ ਹੈਗੀ ਹੈ, ਇੱਥੇ ਇੰਡੀਅਨਸ ਬਹੁਤ ਨੇ, ਤੁਹਾਨੂੰ ਬਹੁਤ ਮਿਲਣਗੇ, ਕਈ ਚੰਗੇ ਵੀ ਨੇ, ਬਟ ਪ੍ਰੀਪੇਅਰਡ ਰਹੋ ਕਿ ਮਾੜੇ ਵੀ ਨੇ। ਜੇ ਤੁਹਾਨੂੰ ਕੋਈ ਗਾਈਡ ਕਰਦਾ, ਕੁਝ ਕ੍ਰੋਸ ਚੈੱਕ ਕਰੋ ਉਹਨੂੰ ਇੰਟਰਨੈਟ ਤੇ ਜਾਂ ਪੁੱਛ-ਗਿੱਛ ਕਰਕੇ, ਵੀ ਐਵੇਂ ਟਰਸਟ ਨਾ ਕਰੋ ਕਿਸੇ ਤੇ। ਬਿਲਕੁਲ। ਐਂਡ ਹਾਂਜੀ, ਬਿਲਕੁਲ ਇੰਡੀਅਨਸ ਤੇ ਸਪੈਸ਼ਲੀ ਨਹੀਂ ਬਲਾਈਂਡਲੀ ਟਰਸਟ ਕਰਨਾ ਚਾਹੀਦਾ, ਕਿਉਂਕਿ ਇੱਕ ਕੰਪੀਟੀਸ਼ਨ ਤਾਂ ਹੁੰਦਾ ਹੀ ਹੁੰਦਾ ਹੈ, ਸਪੈਸ਼ਲੀ ਜੇ ਤੁਸੀਂ ਇੱਕ ਇਹੋ ਜਿਹੀ ਕੰਟਰੀ 'ਚ ਹੋ ਜਿੱਥੇ ਤੁਹਾਨੂੰ ਕੋਈ ਹੋਰ ਨਹੀਂ ਜਾਣਦਾ। ਉਹ ਤੇ ਜੇ ਤੁਸੀਂ ਕਿਸੇ ਦੀ ਜਗ੍ਹਾ ਲਓਗੇ ਤਾਂ ਗੁੱਸਾ ਤਾਂ ਹਰ ਕਿਸੇ ਨੂੰ ਆਊਗਾ, ਸਿਕਿਉਰਿਟੀ ਤਾਂ ਦਾ ਹੋਊਗਾ ਹੀ ਕੋਈ। ਰਾਈਟ। ਸੋ ਇਸ ਲਈ ਉਹ ਚੀਜ਼ ਦਿਮਾਗ 'ਚ ਰੱਖਿਓ, ਸਭ ਨੂੰ ਟਰਸਟ ਕਰੋ, ਲੇਕਿਨ ਆਪਣੀ ਟਰਸਟ ਨੂੰ ਪਹਿਲਾਂ ਰੱਖੋ, ਕ੍ਰੋਸ ਚੈੱਕ ਪਹਿਲਾਂ ਕਰੋ, ਲੱਭੋ ਕੁਐਸਚਨਸ, ਆਨਸਰਸ ਲੱਭੋ, ਆਪੇ ਫੈਕਟਸ ਕਰੋ, ਕਿਸੇ ਤੇ ਬਲਾਈਂਡਲੀ ਟਰਸਟ ਨਾ ਕਰੋ। ਬਹੁਤ ਚੰਗੇ ਲੋਕ ਵੀ ਮਿਲਣਗੇ ਬਟ ਮਾੜੇ ਵੀ ਮਿਲਣਗੇ। ਇੱਦਾਂ ਨਹੀਂ ਆ ਕਿ ਸਿਰਫ ਚੰਗੇ ਹੀ ਲੋਕ ਨੇ, ਮਾੜੇ ਵੀ ਨੇ, ਚੰਗੇ ਵੀ ਨੇ, ਸਾਰੇ ਹੀ ਇੱਕੋ ਵਰਗੇ ਨੇ। ਬਸ ਆਪਣੀ ਫੈਕਟਸ ਤੁਹਾਡੇ ਕੋਲ ਹੋਣੀਆਂ ਚਾਹੀਦੀਆਂ। ਜੇ ਤੁਸੀਂ ਇੱਥੇ ਸੈਟਲ ਹੋਣਾ ਤੇ ਆਪਣਾ ਹੋਣਾ ਚਾਹੀਦਾ, ਕਿਸੇ ਵਿਜ਼ਨ ਨਾਲ ਆਇਓ, ਕੋਈ ਪੈਸ਼ਨ ਲੈ ਕੇ ਆਇਓ। ਤੁਸੀਂ ਦੇਖੋ ਤੁਸੀਂ ਇੱਥੇ ਉਹੀ ਗੱਲ ਹੈ, ਪੰਜਾਬੀ ਚ ਕਹੀਏ ਦਿਹਾੜੀਆਂ ਹੀ ਕਰਦੇ ਰਹਿ ਜਾਓਗੇ ਸਾਰੀ ਉਮਰ, ਸਾਲ ਕਰ ਲਓਗੇ, 2 ਸਾਲ ਕਰ ਲਓਗੇ, 3 ਸਾਲ ਕਰ ਲਓਗੇ, ਉੱਥੋਂ ਦੀ ਉੱਥੇ। ਜੇ ਤੁਸੀਂ ਕੋਈ ਪੈਸ਼ਨ, ਕੋਈ ਆਪਣਾ ਡ੍ਰੀਮ ਪੂਰਾ ਕਰਨਾ ਚਾਹੁੰਦੇ ਹੋ ਤਾਂ ਉਹ ਲੈ ਕੇ ਆਓ ਰੇ ਪੈਸ਼ਨ ਨੂੰ। ਕੋਈ ਕੰਮ ਛੋਟਾ ਨਹੀਂ ਹੁੰਦਾ, ਇਹ ਗੱਲ ਬਿਲਕੁਲ ਸਹੀ ਆ। ਜੇ ਗਾਰਬੇਜ ਵੀ ਚੱਕਣਾ ਹੈ, ਜੇ ਕੱਪੜੇ ਵੀ, ਕੁਝ ਵੀ ਕਰਨਾ ਹੈ ਨਾ, ਜੇ ਸਾਫ ਸਫਾਈ ਵੀ ਕਰਨੀ ਆ, ਮੈਕਡੋਨਲਡ ਤੇ ਕੰਮ ਕਰਨਾ ਹੈ, ਕਿਸੇ ਵੀ ਖਾਣੇ ਦੇ ਸਟੋਰ ਤੇ ਕੰਮ ਕਰਨਾ ਹੈ, ਸਭ ਨੂੰ ਕਰਨਾ ਪੈਂਦਾ ਹੈ। ਤੁਸੀਂ ਵੀ ਕਰੋ, ਸਭ ਕੁਝ ਕਰਨਾ ਪੈਂਦਾ ਹੈ, ਬਟ ਕਿਸੇ ਵਿਜ਼ਨ ਨਾਲ ਆਇਓ। ਸਿਰਫ ਐ ਹੀ ਨਾ ਸੋਚਿਓ ਕਿ ਜੇ ਮੈਂ 5 ਸਾਲਾਂ 6 ਸਾਲਾਂ ਤੇ ਇਹੀ ਕਰੀ ਜਾਵਾਂ। ਜੇ ਤੁਸੀਂ ਪੜ੍ਹਨ ਆਏ ਹੋ ਤਾਂ ਉਸ ਚੀਜ਼ ਨੂੰ ਦਿਮਾਗ ਤੇ ਰੱਖਿਓ। ਇੱਥੇ ਤੁਸੀਂ ਆਓਗੇ, ਤੁਹਾਨੂੰ ਬਹੁਤ ਇਹੋ ਜਿਹੇ ਲੋਕ ਮਿਲਣਗੇ ਜੋ ਤੁਹਾਨੂੰ ਕਾਲਜ ਚੇਂਜ ਕਰਨ ਨੂੰ ਕਹਿਣਗੇ, ਇੱਥੇ ਵਗ ਜਾਓ, ਤੁਸੀਂ ਉੱਥੇ ਚਲੇ ਜਾਓ, ਇੱਥੇ ਇਹ ਕਾਲਜ ਨਹੀਂ ਚੰਗਾ, ਇੱਥੇ ਇਹ ਪ੍ਰੋਬਲਮਸ ਨੇ, ਇੱਥੇ ਉਹ ਪ੍ਰੋਬਲਮਸ ਨੇ।
ਬਟ ਟਰਾਈ ਕਰੋ ਕਿ ਉਸ ਟਰੈਪ 'ਚ ਨਾ ਫਾਲ ਹੋਵੋ। ਜੇ ਤੁਸੀਂ ਕੁਝ ਕਰਨ ਆਏ ਹੋ, ਜੇ ਤੁਸੀਂ ਕੁਝ ਸੋਚਣ ਆਏ ਹੋ ਤੇ ਤੁਸੀਂ ਉਹੀ ਰੱਖੋ। ਸਪੈਸ਼ਲੀ ਜੇ ਤੁਸੀਂ ਕੋਈ ਚੀਜ਼ ਪੜ੍ਹਨ ਆਏ ਹੋ ਉਹਨੂੰ ਪੂਰਾ ਕਰੋ, ਉਹਦੇ ਬਾਅਦ ਜਿੱਥੇ ਤੁਸੀਂ ਜਾਣਾ ਜਾਓ, ਬਟ ਟਰਾਈ ਕਰੋ ਕਿ ਜੋ ਵਿਜ਼ਨ ਨਾਲ ਤੁਸੀਂ ਆਏ ਹੋ ਉਹ ਤੁਸੀਂ ਫੁੱਲਫਿਲ ਕਰੋ ਐਂਡ ਕੁਝ ਪਰਮਾਨੈਂਟ ਆਪਣੇ ਲਈ ਲੱਭੋ। ਸਿਰਫ ਇਹੀ ਚੀਜ਼ ਤੇ ਨਾ ਸੋਚੋ ਕਿ ਬਸ ਅਸੀਂ ਨਹੀਂ ਕਰਦੇ ਰਵਾਂਗੇ ਐਂਡ ਉਹਦੇ ਬਾਅਦ ਵਰਕ ਪਰਮਿਟ ਤੇ ਵੀ ਇਹੀ ਕਰਦੇ ਰਵਾਂਗੇ। ਨਹੀਂ, ਕੁਝ ਸੋਚ ਕੇ ਆਓ। 2 ਸਾਲ ਸਟੱਡੀ ਕਰੋ, ਬਾਈ ਹਾਰਟ ਕਰੋ ਸਟੱਡੀ। ਐ ਨਹੀਂ ਹੈਗਾ ਵੀ ਤੁਸੀਂ ਚਲੋ ਕੱਲਾ ਪਾਸ ਹੀ ਹੋ ਨਾ, ਬਾਈ ਹਾਰਟ ਕਰੋ। ਚਲੋ ਜਾਂ ਵੀ ਕਈ ਵਾਰ ਫੇਲ ਫੁਲ ਹੋ ਜਾਂਦਾ ਹੈਗਾ, ਤੋਂ ਪੈਨਲਟੀ ਵੀ ਪੈ ਜਾਂਦੀ ਹੈ ਨਾ, ਉਹ ਨਹੀਂ ਹੋਣਾ ਚਾਹੀਦਾ। ਉਹੀ ਗੱਲ ਹੋ ਜਾਂਦੀ ਹੈ, ਫਿਰ ਤੁਸੀਂ ਜਿੰਨਾ ਕਮਾਇਆ ਉਹਨਾਂ ਲੱਗ ਜਾਂਦਾ ਹੈ। ਜਿੰਨਾ ਨਾਰਮਲੀ ਇੱਥੇ ਹੁੰਦੇ ਤੁਸੀਂ ਆਂਦੇ ਪੜ੍ਹਨ ਨੂੰ, ਪਰ ਇੱਥੇ ਆ ਕੇ ਪੜ੍ਹਦਾ ਕੋਈ ਨਹੀਂ ਹੈ, ਪਰ ਉਹ ਨਹੀਂ ਰੱਖਣਾ ਚਾਹੀਦਾ। ਆਈ ਮੀਨ ਹਰ ਕਿਸੇ ਦਾ ਆਪਦਾ ਪਰਪਸ ਹੁੰਦਾ ਹੈ। ਆਈ ਅੰਡਰਸਟੈਂਡ ਇੱਥੇ ਤੁਸੀਂ ਇੰਨਾ ਕਮਾ ਸਕਦੇ ਹੋ ਕਿ ਤੁਸੀਂ ਆਪਦੇ ਆਪ ਨੂੰ, ਆਪਣੀ ਫੈਮਿਲੀ ਨੂੰ ਇੰਡੀਆ 'ਚ ਸਪੋਰਟ ਕਰ ਸਕਦੇ ਹੋ ਐਂਡ ਤੁਸੀਂ ਪੜ੍ਹਦੇ ਵੀ ਰਹੋ ਤਾਂ ਵੀ ਕਰ ਸਕਦੇ ਹੋ। ਇੱਦਾਂ ਕੋਈ ਮਿਥ ਨਹੀਂ ਹੈਗੀ ਕਿ ਜੇ ਪੜ੍ਹਨਾ ਹੀ ਹੈ ਤੇ ਕੰਮ ਨਹੀਂ ਕਰ ਸਕਦੇ। ਦੋਵਾਂ ਦਾ ਬੈਲੈਂਸ ਚੱਲ ਸਕਦਾ ਐਂਡ ਕਹਿੰਦੇ 2 ਜਾਂ 3 ਸਾਲ ਦੀ ਗੱਲ ਹੁੰਦੀ ਹੈ, ਉਹਦੇ ਬਾਅਦ ਤਾਂ ਜੋ ਤੁਸੀਂ ਚਾਹੋ ਤੁਸੀਂ ਉਹਨਾਂ ਕੰਮ ਕਰੋ। 3 ਸਾਲ ਦਾ ਵਰਕ ਪਰਮਿਟ ਉਸ ਮਰਜ਼ੀ ਕਰੋ। ਬਸ ਉਹੀ ਗੱਲ ਆ ਵੀ ਥੋੜਾ ਜਿਹਾ ਇਨੀਸ਼ੀਅਲੀ ਥੋੜਾ ਜਿਹਾ ਬਸ ਆਪਦਾ ਦੇਖ ਕੇ ਚੱਲੋ ਤੇ ਬਸ ਇਹੀ ਹੈ। ਐਂਡ ਅਦਰਵਾਈਜ਼ ਲਾਈਕ ਪ੍ਰਿਪੈਰੇਸ਼ਨ ਪ੍ਰੈਪ ਹੋਣੀ ਚਾਹੀਦੀ ਹੈ, ਬਹੁਤ ਜ਼ਿਆਦਾ ਜ਼ਰੂਰੀ ਆ। ਇੱਥੇ ਆ ਕੇ ਬਿਲਕੁਲ ਤੁਸੀਂ ਚਾਹੋ ਗੱਡੀਆਂ ਲੈ ਸਕਦੇ ਹੋ, ਤੁਸੀਂ ਚਾਹੋ ਫੋਨ ਲੈ ਸਕਦੇ ਹੋ, ਤੁਸੀਂ ਚਾਹੋ ਜਿੱਥੇ ਘੁੰਮਣ ਜਾਓ ਉੱਥੇ ਘੁੰਮਣ ਜਾ ਸਕਦੇ ਹੋ। ਇੰਜੋਏ ਪੂਰਾ ਕਰਨਾ ਚਾਹੀਦਾ ਆਪਦੇ ਆਪ ਨੂੰ, ਬਟ ਰਿਸਪੌਂਸਿਬਿਲਿਟੀ ਵੀ ਰੱਖਣੀ ਚਾਹੀਦੀ ਹੈ। ਇੰਡੀਆ ਤੋਂ ਅਸੀਂ ਆਉਂਦੇ ਹੀ ਇੱਥੇ ਕੁਛ ਕਰਨਾ ਤੇ ਇੱਥੇ ਆ ਕੇ ਜੇ ਅਸੀਂ ਉਹੀ ਭੁੱਲ ਜਾਈਏ ਤੇ ਫਿਰ ਉਹਦਾ ਕੋਈ ਪੁਆਇੰਟ ਨਹੀਂ ਹੈਗਾ। ਐਜ਼ ਅ ਸਟੂਡੈਂਟ ਹਾਊਸਿੰਗ ਪ੍ਰੋਬਲਮਸ ਬਿਲਕੁਲ ਆਉਂਦੀਆਂ ਨੇ, ਘਰ ਨਹੀਂ ਲੱਭਦੇ ਵੀ ਨੇ ਤੇ ਕਦੇ ਕਵਾਰ ਨਹੀਂ ਬਣਦੀ ਰੂਮਮੇਟਸ ਨਾਲ, ਹੈ ਨਾ, ਫੈਸਿਲਿਟੀਜ਼ ਨਹੀਂ ਮਿਲਦੀਆਂ, ਠੰਡ ਬਹੁਤ ਹੁੰਦੀ ਹੈ, ਗਰਮੀ ਬਹੁਤ ਹੁੰਦੀ ਹੈ, ਬਹੁਤ ਕੁਝ ਫੇਸ ਕਰਨਾ ਪੈਂਦਾ ਹੈ। ਬਟ ਸਟਿਲ ਜੇ ਤੁਸੀਂ ਆਪਣਾ ਦਿਮਾਗ ਸਟਰੋਂਗ ਰੱਖ ਕੇ ਆਓਗੇ ਤਾਂ everything is possible। ਮੈਂਟਲੀ ਪ੍ਰੀਪੇਅਰਡ ਰਹੋ ਤੁਸੀਂ, ਠੀਕ ਹੈ, ਸਟਰੋਂਗ ਰਹੋ, ਬਸ ਪੋਸੀਬਲ ਹੈ ਸਭ ਕੁਝ। ਜੌਬਸ ਲੱਭਣੀਆਂ ਪੈਂਦੀਆਂ ਨੇ, ਬਿਲਕੁਲ ਲੱਭਣੀਆਂ ਪੈਂਦੀਆਂ ਨੇ। ਬਹੁਤ ਮਹੀਨੇ ਤੁਹਾਨੂੰ ਜੌਬਸ ਨਹੀਂ ਮਿਲਦੀ। ਇੱਦਾਂ ਕੁਛ ਨਹੀਂ ਆ ਤੁਸੀਂ ਜਾਓ ਤੁਹਾਨੂੰ ਰੱਖ ਲੈਂਦੇ ਨੇ। ਰਿਜ਼ਿਊਮੇਸ ਤੁਸੀਂ ਪਤਾ ਨਹੀਂ ਕਿਤੇ ਵੰਡਦੇ ਹੋ, ਕੋਈ ਕਾਲ ਨਹੀਂ ਆਉਂਦਾ ਐਂਡ ਯੂ ਸ਼ੁੱਡ ਬੀ ਪ੍ਰੀਪੇਅਰਡ। ਤੁਹਾਨੂੰ ਹੋਣਾ ਚਾਹੀਦਾ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਹ ਚੀਜ਼ ਜੇ ਹੈਗੀ ਹੈ ਤੇ ਹੋਏਗੀ ਵੀ। ਇੱਦਾਂ ਕੁਛ ਨਹੀਂ ਹੈਗਾ ਕਿ ਤੁਸੀਂ ਇੱਥੇ ਜਾਓਗੇ, ਇੱਕ ਸ਼ਾਪ 'ਤੇ ਜਾਓਗੇ ਉੱਥੇ ਆਪਣਾ ਰਿਜ਼ਿਊਮੇ ਦਿਓਗੇ ਐਂਡ ਤੁਹਾਨੂੰ ਕਹਿਣਗੇ ਕੱਲ੍ਹ ਆ ਜਾਓ। ਐਵੇਂ ਨਹੀਂ ਹੈਗਾ। ਬਹੁਤ ਧੱਕੇ ਖਾਣੇ ਪੈਂਦੇ ਆ, ਬਹੁਤ ਜ਼ਿਆਦਾ ਜਾਣਾ ਪੈਂਦਾ ਹੈ। ਪਹਿਲੀ ਵਾਰੀ ਪਤਾ ਲੱਗਦਾ ਕਿ ਬੱਸ ਦਾ ਕਾਰਡ ਕਿਵੇਂ ਬਣਦਾ ਹੈ, ਪਹਿਲੀ ਵਾਰੀ ਪਤਾ ਚੱਲਦਾ ਹੈ ਕਿ ਬੈਂਕ ਅਕਾਊਂਟ ਕਿਵੇਂ ਖੋਲ੍ਹਦਾ ਹੈ ਨਾ। ਸਭ ਕੁਝ ਫਸਟ ਟਾਈਮ ਹੁੰਦਾ ਹੈ ਐਂਡ ਸਾਰੀ ਚੀਜ਼ਾਂ ਬਹੁਤ ਕੁਝ ਸਿਖਾਉਂਦੀਆਂ ਨੇ। ਬਹੁਤ ਚੀਜ਼ਾਂ ਲਈ ਵੀ ਪ੍ਰਿਪੇਅਰ ਹੋਣਾ ਪੈਂਦਾ ਹੈ, ਬਟ ਇਸ ਸੋਚ ਨਾਲ ਨਾ ਆਇਓ ਕਿ ਬਸ ਬਹੁਤ ਈਜ਼ੀ ਆ, ਜਾਓਗੇ ਸਭ ਕੁਝ ਮਿਲ ਜਾਊਗਾ, ਨਾਲ ਦੇ ਨਾਲ ਪੈਸੇ। ਐਵੇਂ ਨਹੀਂ ਹੋਊਗਾ। ਕੋਈ ਸਕਿੱਲ ਸਿੱਖਿਓ, ਜੇ ਤੁਹਾਡੇ ਫ੍ਰੀ ਟਾਈਮ ਹੈਗਾ ਵੀਜ਼ੇ ਤੋਂ ਬਾਅਦ ਤਾਂ ਕੋਈ ਸਕਿੱਲ ਸਿੱਖ ਲਿਓ। ਪਲੀਜ਼ ਕੋਈ ਸਕਿੱਲ ਐਸੇਟ ਹੀ ਬਣੂਗਾ ਉਹ, ਕੋਈ ਇੱਥੇ ਆ ਕੇ ਬਿਲਕੁਲ ਇੱਥੇ ਆ ਕੇ ਰਾਈਟ। ਜੋ ਅਸੀਂ ਇੰਡੀਆ 'ਚ ਛੋਟੀਆਂ ਚੀਜ਼ਾਂ ਮੰਨਦੇ ਹਾਂ ਉਹ ਇੱਥੇ ਬਹੁਤ ਵੱਡੀਆਂ ਹੁੰਦੀਆਂ ਨੇ। ਜੋ ਅਸੀਂ ਇੰਡੀਆ 'ਚ ਸਿੱਖ ਸਕਦੇ ਹਾਂ ਉਹ ਇੱਥੇ ਆ ਕੇ ਸਾਨੂੰ ਉਹਦੇ ਲਈ ਪੈਸੇ ਦੇਣੇ ਪੈਂਦੇ ਆ। ਸੋ ਟਰਾਈ ਕਰੋ ਕਿ ਕੁਛ ਨਾ ਕੁਛ ਇੰਡੀਆ ਤੋਂ ਸਿੱਖ ਕੇ ਆਓ ਤਾਂ ਕਿ ਤੁਸੀਂ ਇੱਥੇ ਆ ਕੇ ਉਹਦਾ ਬੈਨੀਫਿਟ ਲੈ ਸਕੋ, ਤੁਹਾਡੇ ਆਪ ਦਾ ਬੈਨੀਫਿਟ ਲੈ ਸਕੋ, ਤੁਸੀਂ ਆਪਣਾ ਕੰਮ ਕਰ ਸਕੋ, ਕਿਸੇ ਥੱਲੇ ਨਾ ਕਰਨਾ ਪਵੇ। ਐਂਡ ਲਿਟਰਲੀ ਇੱਥੇ ਕੋਈ ਕੰਮ ਛੋਟਾ ਵੱਡਾ ਨਹੀਂ ਹੁੰਦਾ। ਤੁਸੀਂ ਜੋ ਮਰਜ਼ੀ ਚਾਹੇ ਤੁਸੀਂ ਉਹ ਕਰ ਸਕਦੇ ਹੋ, ਜਿੰਨਾ ਮਰਜ਼ੀ ਚਾਹੇ ਉਹਨਾਂ ਕਰ ਸਕਦੇ ਹੋ। ਸੋ ਟਰਾਈ ਕਰੋ ਕਿ ਜਿੰਨਾ ਕਰ ਸਕਦੇ ਹੋ ਉਹਨਾਂ ਐਫਰਟ ਪਾਓ। ਰਾਈਟ ਨਾਓ ਕੋਵਿਡ ਦੇ ਕਰਕੇ ਫਲਾਈਟਸ ਨਹੀਂ ਚੱਲ ਰਹੀਆਂ, ਆਨਲਾਈਨ ਕਲਾਸਿਸ ਚੱਲ ਰਹੀਆਂ ਨੇ ਇੰਡੀਆ ਤੋਂ। ਅਸੀਂ ਵੀ ਇੱਥੇ ਬਹਿ ਕੇ ਆਨਲਾਈਨ ਹੀ ਕਲਾਸਿਸ ਦੇ ਰਹੇ ਹਾਂ ਐਂਡ ਸਭ ਕੁਝ ਆਨਲਾਈਨ ਹੀ ਚੱਲ ਰਿਹਾ ਹੈ। ਸੋ ਐਜ਼ ਅ ਸਾਡੀ ਬੱਸ ਸਾਡੀ ਬੱਸ ਲੰਘੀ ਹੈ ਘਰ ਤੋਂ ਬਾਹਰ। ਸੋ ਇਹ ਹੈਗੀ ਹੈ ਇੱਥੇ ਲਾਈਫ ਕਿ ਤੁਸੀਂ ਹਰ ਚੀਜ਼ ਤੁਹਾਨੂੰ ਮਿਲਦੀ ਹੈ ਦੇਖਣ ਨੂੰ। ਸੋ ਕੋਵਿਡ ਕਰਕੇ ਬਹੁਤ ਪ੍ਰੋਬਲਮਸ ਆ ਰਹੀਆਂ ਨੇ, ਨਹੀਂ ਆ ਪਾ ਰਹੇ ਸਟੂਡੈਂਟਸ, ਬਟ ਇਟਸ ਓਕੇ। ਤੁਸੀਂ ਇੰਡੀਆ ਹੈਗੇ ਹੋ, ਤੁਹਾਨੂੰ ਕੋਈ ਖਰਚਾ ਨਹੀਂ ਦੇਣਾ ਪੈ ਰਿਹਾ। ਇੰਡੀਆ ਹੈਗਾ, ਥੋੜਾ ਇੰਜੋਏ ਕਰੋ, ਚਲੋ ਥੋੜਾ ਇੰਜੋਏ ਕਰ ਲਓ। ਕੋਈ ਰੈਂਟ ਦੀ ਟੈਨਸ਼ਨ ਨਹੀਂ ਹੈਗੀ, ਕੋਈ ਜੌਬ ਦੀ ਟੈਨਸ਼ਨ ਨਹੀਂ, ਕੋਈ ਖਾਣ ਪੀਣ ਦੀ ਟੈਨਸ਼ਨ ਨਹੀਂ, ਸਭ ਕੁਝ ਉੱਥੇ ਮਿਲ ਰਿਹਾ। ਜਦ ਟਾਈਮ ਮਿਲੇਗਾ ਤੁਸੀਂ ਇੱਥੇ ਆ ਜਾਓ। ਜਦ ਤੁਸੀਂ ਇੱਥੇ ਆਓਗੇ ਤਾਂ ਤੁਹਾਨੂੰ ਲੱਗੂਗਾ ਕਿ ਥੋੜੀ ਦੇਰ ਹੋਰ ਇੰਡੀਆ ਰਹਿ ਜਾਂਦੇ। ਆਈ ਮੀਨ ਇੱਥੇ ਕੁਛ ਨਹੀਂ ਹੈਗਾ ਜਿਹੋ ਜਿਹਾ ਇੰਡੀਆ ਹੁੰਦਾ ਸੀ। ਸੋ ਇਸ ਲਈ ਹਰ ਚੀਜ਼ ਲਈ ਪ੍ਰਿਪੇਅਰ ਹੋਵੋ। ਇੰਡੀਆ ਜਿੰਨਾ ਮਾੜਾ ਕਦੇ ਕਵਾਰ ਲੱਗਦਾ ਹੈ ਉਹ ਨਹੀਂ ਚੰਗਾ। ਕੁਝ ਗੱਲਾਂ ਇੰਡੀਆ 'ਚ ਬਹੁਤ ਚੰਗੀਆਂ ਨੇ, ਕੁਝ ਨੇ। ਗੱਲਾਂ ਚਲੋ ਠੀਕ ਹੁੰਦੀਆਂ ਨੇ। ਕਈ ਵਾਰ ਚਲੋ ਆਪਣਾ ਇੱਕ ਦੂਜੇ ਨੂੰ ਦੇਖ ਕੇ ਆਪਾਂ ਆ ਜਾਂਦੇ ਕੈਨੇਡਾ, ਉਹ ਕੈਨੇਡਾ ਗਿਆ ਮੈਂ ਵੀ ਕੈਨੇਡਾ ਜਾਣਾ। ਉਹ ਨਹੀਂ ਹੋਣਾ ਚਾਹੀਦਾ। ਸੋ ਆਈ ਮੀਨ ਜੇ ਤੁਸੀਂ ਇਹੋ ਜਿਹਾ ਤੁਹਾਡੀ ਸੋਚ ਵੀ ਆ ਕਿ ਤੁਸੀਂ, ਕਿਉਂਕਿ
ਕੋਈ ਭਰਾ ਗਿਆ ਸੀ ਜਾਂ ਕਿਸੇ ਦਾ ਮੁੰਡਾ ਗਿਆ ਸੀ ਐਂਡ ਤੁਸੀਂ ਵੀ ਇਸ ਲਈ ਆ ਰਹੇ ਹੋ, ਕੋਈ ਚੱਕਰ ਨਹੀਂ, ਬਟ ਹੁਣੇ ਤੁਹਾਡੇ ਕੋਲ ਟਾਈਮ ਆ ਸੋਚਣ ਕਿ ਤੁਸੀਂ ਉੱਥੇ ਜਾ ਕੇ ਕੀ ਕਰਨਾ ਚਾਹੁੰਦੇ ਹੋ। ਉਸ ਤਰੀਕੇ ਨਾ ਆਇਓ, ਤੁਹਾਡੀ ਆਪਦੀ ਲਾਈਫ ਆ ਐਂਡ ਕਿਸੇ ਹੋਰ ਦੀ ਆਪਦੀ ਲਾਈਫ ਆ। ਬਲੈਂਕ ਨਾ ਆਇਓ, ਕੋਈ ਪੈਸ਼ਨ ਫੋਲੋ ਕਰਕੇ Right. ਆਇਓ, ਚਲੋ ਠੀਕ ਹੈ, ਰਾਈਟ ਕੋਈ ਤੁਹਾਡਾ ਡ੍ਰੀਮ ਹੈ ਉਹ ਫੋਲੋ ਕਰਨ ਵਾਸਤੇ ਆਇਓ। ਰਾਈਟ ਇੱਥੇ ਸਾਰਾ ਕੁਝ ਪੋਸੀਬਲ ਹੈ, ਨਥਿੰਗ ਇਜ਼ ਸਭ ਪੋਸੀਬਲ, ਕੁਝ ਯਾ ਠੀਕ ਹੈ। ਬਸ ਥੋੜਾ ਆਪਦਾ ਮਾਈਂਡ ਫਰੈਸ਼ ਰੱਖਿਓ, ਓਪਨ Right. ਰੱਖਿਓ, ਰਾਈਟ ਬਸ ਕਿਸੇ ਦੇ ਮਗਰ ਨਾ ਲੱਗਿਓ। ਕੁਛ ਨਹੀਂ। ਐਂਡ ਸੀਰੀਅਸਲੀ ਇੱਥੇ ਜੇ ਕੋਈ ਸੋਚਦਾ ਹੈ ਨਾ ਬਾਹਰ ਜਾ ਕੇ ਅਸੀਂ ਇੱਥੇ ਘੁੰਮਾਂਗੇ ਉੱਥੇ ਘੁੰਮਾਂਗੇ ਇਹ ਪਾਵਾਂਗੇ ਉਹ ਪਾਵਾਂਗੇ, ਸਭ ਕੁਝ ਕਰੋ, ਕੋਈ ਪ੍ਰੋਬਲਮ ਨਹੀਂ ਹੈਗੀ, ਬਟ ਸਟਿਲ ਆਪਣੇ ਆਪ ਨੂੰ ਇੱਕ ਉਸ এনवायरमेंट 'ਚ ਰੱਖਿਓ, ਆਪਣੇ ਮਾਈਂਡ ਨੂੰ, ਕਿ ਤੁਸੀਂ ਇੱਥੇ ਜੋ ਮਰਜ਼ੀ ਚਾਹੇ ਉਹ ਕਰ ਸਕਦੇ ਹੋ ਜੇ ਤੁਹਾਡੇ ਆਪਣੇ 'ਚ ਪੋਟੈਂਸ਼ੀਅਲ ਹੈਗੀ ਹੈ ਕਰਨ ਦੀ, ਹਾਂ, ਸਭ ਕੁਝ ਕਰ ਐਂਡ ਸਕਦੇ ਸਭ ਹੋ। ਕੁਝ ਕਰ ਸਕਦੇ ਹੋ, ਪਰ ਚੰਗਾ ਕਰ ਸਕਦੇ ਹੋ। ਮਾੜਾ ਰਾਸਤਾ ਜ਼ਰੂਰੀ ਨਹੀਂ ਹੈ ਲੈਣਾ ਜਾਂ ਗਲਤ ਰਾਸਤਾ ਜ਼ਰੂਰੀ ਨਹੀਂ ਹੈ ਲੈਣਾ। ਆਈ ਨੋ ਅਸੀਂ ਸੋਚ ਕੇ ਹੀ ਆਉਂਦੇ ਹਾਂ ਹੈ ਨਾ, ਥੋੜਾ ਕੰਮ ਸਿਮ ਤੇ ਕਰਾਂਗੇ, ਥੋੜਾ ਕੰਮ ਕੈਸ਼ ਤੇ Cash ਤੇ ਕਰਾਂਗੇ, ਕਰਾਂਗੇ। ਜੋ ਕਿ ਗਲਤ ਆ। ਐਦਾਂ ਜ਼ਰੂਰੀ ਨਹੀਂ ਹੈਗਾ। ਤੁਸੀਂ ਸਿਮ ਤੇ ਕੰਮ ਕਰਕੇ ਵੀ ਆਪਦੇ ਲਈ ਸੇਵ ਕਰ ਸਕਦੇ ਹੋ, ਕਰ ਸਕਦੇ ਹੋ। ਤੁਸੀਂ ਸਿਮ ਤੇ ਕੰਮ ਕਰਕੇ ਵੀ ਫੀਸਾਂ ਕੱਢ ਸਕਦੇ ਹੋ। ਐਦਾਂ ਕੁਝ ਨਹੀਂ ਹੁੰਦਾ ਕਿ ਸਿਮ ਤੇ ਕੰਮ ਕਰਕੇ ਤੁਹਾਨੂੰ ਉਹਨਾਂ ਨਹੀਂ ਮਿਲਦਾ, ਐਵੇਂ ਕੁਝ ਨਹੀਂ ਹੁੰਦਾ। ਸੋ ਟਰਾਈ ਕਿ ਤੁਸੀਂ ਇੱਕ ਵਾਈਟ ਵੇ ਚੱਲੋ, ਬਲੈਕ ਵੇ ਨਾ ਜਾਓ, ਕਿਉਂਕਿ ਜੇ ਵਾਈਟ ਵੇ ਚੱਲੋਗੇ ਤੁਹਾਨੂੰ ਫਾਇਦਾ ਤੁਹਾਨੂੰ ਹੋਏਗਾ। ਫਾਇਦਾ ਹੀ ਹੋ, ਦੇਖੋ ਇੱਥੇ ਗਵਰਨਮੈਂਟ ਨੂੰ ਸਾਰਾ ਕੁਝ ਪਤਾ ਲੱਗ ਜਾਂਦਾ, ਸਭ ਕੁਝ ਐਂਡ ਵਰਕ ਪਰਮਿਟ ਦੇਣ ਵੇਲੇ ਉਹਨਾਂ ਨੂੰ ਪਤਾ ਲੱਗ ਜਾਣਾ ਤੁਸੀਂ ਕੀ ਕੀ ਕੀਤਾ। ਕੀ ਕੀਤਾ, ਇਹ ਥੋੜੀ ਕੀ ਥੋੜੀ ਚੀਜ਼ ਅਪਡੇਟ ਹੁੰਦੀ ਰਹਿੰਦੀ ਜੇ ਹੈ। ਤੁਸੀਂ ਸੇਮ ਤੇ ਕਰੋ ਬੇਸ਼ੱਕ ਥੋੜਾ ਵੱਧ ਕਰ ਲਓ, ਲਾਈਕ ਜੇ ਤੁਹਾਨੂੰ ਕਦੇ ਹੋ ਜਾਂਦਾ 20 ਘੰਟੇ ਹੋ ਗਏ, ਕਦੇ 25 ਹੋ ਗਏ, ਇਟਸ ਓਕੇ, ਉਹਦੇ ਵਿੱਚ ਇੰਨੀ ਪ੍ਰੋਬਲਮ ਨਹੀਂ ਆਉਂਦੀ। ਲੇਕਿਨ ਜੇ ਤੁਸੀਂ ਕੈਸ਼ ਤੇ Cash ਕਰੋ ਤੇ ਉਹਦੇ ਕਰੋ, ਵਿੱਚ ਪ੍ਰੋਬਲਮ ਆਉਂਦੀ ਪ੍ਰੋਬਲਮ ਹੈ, ਆਉਂਦੀ ਹੈ। ਕਿਉਂਕਿ ਕੱਲ ਨੂੰ ਕੁਐਸਚਨਿੰਗ ਹੁੰਦੀ ਹੈ ਐਂਡ ਐਕਚੁਅਲੀ ਚ ਹੁੰਦੀ ਹੈ, ਐਂਡ ਤਦ ਤੁਹਾਨੂੰ ਪਤਾ ਚੱਲਦਾ ਕਿ ਇਟ ਵਟਐਵਰ ਇਟ ਇਜ਼ ਤੁਹਾਨੂੰ ਕਿਸੇ ਹੋਰ ਕੰਟਰੀ ਦਾ ਪੀਆਰ ਜਾਂ ਕਿਸੇ ਹੋਰ ਕੰਟਰੀ ਦਾ ਵਰਕ ਪਰਮਿਟ ਵੀ ਅਰਨ ਕਰਨਾ ਪਏਗਾ। ਉਹ ਬਸ ਐਵੇਂ 2 ਸਾਲ ਦੀ ਪੜ੍ਹਾਈ ਕਰਕੇ ਨਹੀਂ ਮਿਲ ਜਾਂਦਾ। ਕਿਊਬੈਕ ਦੇ ਵਿੱਚ ਹਾਂਜੀ ਫ੍ਰੈਂਚ ਬਹੁਤ ਜ਼ਰੂਰੀ ਆ, ਬਟ ਐਵੇਂ ਨਹੀਂ ਹੈ ਕਿ ਇੰਗਲਿਸ਼ ਨਾਲ ਸਰਦਾ ਨਹੀਂ ਹੈਗਾ, ਇੰਗਲਿਸ਼ ਨਾਲ ਸਰ ਵੀ ਜਾਂਦਾ ਹੈਗਾ, ਬਟ ਸਟਿਲ ਤੁਸੀਂ ਹਰ ਚੀਜ਼ ਲਈ ਪ੍ਰਿਪੇਅਰ ਰਹੋ। ਕਿਤੇ ਨਾ ਕਿਤੇ ਤੁਹਾਨੂੰ ਰੇਸਿਜ਼ਮ ਵੀ ਲੈਣੀ ਪਏਗੀ, ਰੇਸਿਜ਼ਮ ਵੀ ਮਿਲਣੀ, ਚਲੋ ਦੇਖੋ ਇਹ ਤਾਂ ਹੁੰਦਾ ਹੀ ਹੈ, ਕੋਈ ਡੋਮੀਨੈਂਟ ਤਾਂ ਹੁੰਦਾ ਹੀ ਹੈ ਕੋਈ ਨਾ ਕਲਚਰ। ਕੋਈ ਤਾਂ ਹੁੰਦਾ ਹੀ ਹੈ ਹਾਂ, ਯਾਰ। ਥੋੜ੍ਹਾ ਲਾਈਕ ਜਿਹਾ ਇੰਡੀਆ 'ਚ ਹੁੰਦਾ ਵੀ ਸਾਨੂੰ ਪਤਾ ਹੀ ਹੈ ਕਾਸਟ ਕਲਾਸ ਦੀ ਜਿਹੜੀ ਹੁੰਦਾ ਹੀ ਆ। ਸਟੋਰੀ ਹੈਗੀ ਆ, ਤੇ ਇੰਡੀਆ 'ਚ ਵੀ ਕਈ ਚੀਜ਼ਾਂ ਥੋੜੀਆਂ ਜ਼ਿਆਦਾ ਡੋਮੀਨੈਂਟ ਹੈਗੀਆਂ ਨੇ, ਉਵੇਂ ਇੱਥੇ ਵੀ ਜਿਨ੍ਹਾਂ ਦੀ ਇਹ ਕਮਿਊਨਿਟੀ ਹੈ ਉਹ ਥੋੜੀ ਡੋਮੀਨੈਂਟ ਰਹਿਣਗੇ ਹੀ ਰਹਿਣਗੇ। ਸੋ ਐਜ਼ ਅ ਸਟੂਡੈਂਟ ਜਾਂ ਐਜ਼ ਐਨੀ ਇੰਡੀਅਨ ਤੁਹਾਨੂੰ ਪ੍ਰਿਪੇਅਰ ਹੋਣਾ ਚਾਹੀਦਾ ਹੈ ਕਿ ਕੱਲ ਨੂੰ ਜੇ ਕੁਝ ਹੋਊਗਾ ਤਾਂ ਦਿਲ ਨਹੀਂ ਹੌਲਾ ਕਰਨਾ, ਬਿਕੋਜ਼ ਇਟਸ ਫਾਈਨ। ਅੱਜ ਨਹੀਂ ਤਾਂ ਕੱਲ ਤੁਸੀਂ ਆਪਦੇ ਪੈਸਿਆਂ ਨਾਲ ਆਇਓ ਐਂਡ ਆਪਦੇ ਪੈਸੇ ਨਾਲ। ਤੁਸੀਂ ਆਪਣੇ ਆਪ ਮਿਹਨਤ ਕਰਦੇ ਹੋ, ਤੁਸੀਂ ਟੈਕਸਿਸ ਦਿੰਦੇ ਹੋ, ਤੁਸੀਂ ਲਾਇਲਟੀ ਨਾਲ ਰਹਿੰਦੇ ਹੋ, ਤੁਸੀਂ ਕੋਈ ਖਰਾਬ ਐਕਚੁਅਲੀ ਤੁਸੀਂ ਗਵਰਨਮੈਂਟ ਨੂੰ ਹੈਲਪ ਕਰਦੇ ਹੋ, ਇੱਧਰ ਦੀ ਗਵਰਨਮੈਂਟ ਨੂੰ। ਇਸ ਟਾਈਮ ਕੋਵਿਡ ਦੇ ਟਾਈਮ ਤੁਸੀਂ ਇੰਡੀਅਨ ਸਟੂਡੈਂਟ ਨੂੰ ਜਾਂ ਕੋਈ ਵੀ ਇੰਟਰਨੈਸ਼ਨਲ ਸਟੂਡੈਂਟ ਨੂੰ ਕੰਮ ਕਰਦੇ ਦੇਖੋਗੇ, ਜਿੱਥੇ ਤੁਸੀਂ ਜਾਓਗੇ ਉੱਥੇ ਤੁਹਾਨੂੰ ਇੱਕ ਇੰਟਰਨੈਸ਼ਨਲ ਸਟੂਡੈਂਟ ਜ਼ਰੂਰ ਦਿਖੂਗਾ, ਬਿਕੋਜ਼ ਉਹ ਮਿਹਨਤ ਕਰ ਰਿਹਾ। ਉਹਨੂੰ ਕੋਵਿਡ ਨਹੀਂ ਰੋਕ ਸਕਦਾ, ਉਹਨੂੰ ਕੋਈ ਨਹੀਂ ਕੁਝ ਕਹਿ ਸਕਦਾ, ਕਿਉਂਕਿ ਉਹਨੇ ਆਪਦੀ ਫੀਸਾਂ ਕੱਢੀਆਂ, ਉਹਨੇ ਮਿਹਨਤ ਕਰਨੀ ਹੈ, ਉਹ ਤਾਂ ਹੀ ਇੱਥੇ ਰਹਿ ਸਕਦਾ। ਸੋ ਤੁਸੀਂ ਉਸ ਤਰੀਕੇ ਸੋਚ ਕੇ ਆਏ ਹੋ ਕਿ ਇਹ ਤੁਹਾਡੀ ਕੰਟਰੀ ਨਹੀਂ ਹੈਗੀ, ਬਟ ਤੁਸੀਂ ਇੱਥੇ ਆ ਕੇ ਮਿਹਨਤ ਕਰੇ, ਸਬਜੂਕੇਟ ਹੋ ਕੇ ਵੀ ਨਹੀਂ ਰਹਿਣਾ ਸੋਨੇ ਵੀ, ਤੁਸੀਂ ਦਬ ਕੇ ਰਹਿਣਾ ਵੀ ਇੱਥੇ ਦਬ ਕੇ ਰਹਿਣ ਦੀ ਕੋਈ ਲੋੜ ਨਹੀਂ ਹੈਗੀ। ਇਹਨਾਂ ਦਾ ਕਲਚਰ ਹੈ ਤਾਂ ਅਸੀਂ ਦਬ ਕੇ ਨਹੀਂ, ਤੁਸੀਂ ਆਪਦਾ ਪੈਸੇ ਲਾ ਕੇ ਆਏ ਹੋ, ਇੰਨੇ ਪੈਸੇ ਲਾ ਕੇ ਆਏ ਹੋ, ਤੁਸੀਂ ਟੈਕਸ ਕਟਾਉਂਗੇ ਇੱਥੋਂ ਕਰਕੇ, ਤੁਸੀਂ ਟੈਕਸ ਕਟਾਉਂਦੇ ਹੋ, ਹਾਂ। ਤੁਸੀਂ ਐਕਚੁਅਲੀ ਬਹੁਤ ਟੈਕਸ ਦਿੰਦੇ ਹੋ, ਇੱਥੇ ਬਹੁਤ ਟੈਕਸ ਦੇਣਾ ਪੈਂਦਾ ਹੈ, ਵਿਚ ਇਜ਼ ਨਾਰਮਲ ਅਕੋਰਡਿੰਗ ਟੂ them, ਤੇ ਤੁਸੀਂ ਆਪਦਾ ਖਰੀਦੋ ਜੋ ਕਰਦੇ ਹੋ, ਤੁਸੀਂ ਕਿਤੇ ਨਾ ਕਿਤੇ ਗਵਰਨਮੈਂਟ ਨੂੰ ਬੈਨੀਫਿਟ ਵੀ ਦੇਣੇ ਪਏ, ਤੁਸੀਂ ਕੰਮ ਕਰਦੇ ਪਏ ਹੋ, ਉਹਨਾਂ ਨੂੰ ਵੀ ਬੈਨੀਫਿਟ ਹੁੰਦਾ ਪਿਆ। ਸੋ ਉਸ ਤਰੀਕੇ ਨਾਲ ਸੋਚੋ ਕਿ ਅਗਲਾ ਮੈਨੂੰ ਕਿਉਂ ਦੇਖ ਰਿਹਾ ਹੈ ਨਾ, ਜਾਂ ਅਗਲਾ ਮੇਰੇ ਨਾਲ ਐਵੇਂ ਕਿਉਂ ਕਰ ਰਿਹਾ। ਇਟਸ ਓਕੇ, ਉਹਨਾਂ ਦੀ ਕੰਟਰੀ ਆ, ਇਟਸ ਫਾਈਨ। ਥੋੜਾ ਜਿਹਾ ਤਾਂ ਦੇਖੋ ਜ਼ੀਰੋ ਤੋਂ ਸਟਾਰਟ ਕਰਦੇ ਆ, ਥੋੜਾ ਸਫਰ ਤਾਂ ਕਰਨਾ ਪੈਂਦਾ। ਪਰ ਇਹ ਚੀਜ਼ ਆਪਾਂ ਨੂੰ ਸਿਖਾਉਂਦੀਆਂ ਨੇ, ਕੁਝ ਚੀਜ਼ ਆਪਾਂ ਨੂੰ ਡਿਸਪਲਿਨ ਸਿਖਾਉਂਦੀਆਂ ਨੇ ਆਪਾਂ ਨੂੰ, ਠੀਕ ਹੈ। ਆਪਾਂ ਨੂੰ ਕਿਵੇਂ ਆਪਾਂ ਜੇ ਆਪਾਂ ਨਾਲ ਕੋਈ ਜੇ ਆਪਾਂ ਕਿਸੇ ਨਾਲ ਕਰੀਏ ਤਾਂ ਆਪਾਂ ਨੂੰ ਪਤਾ ਲੱਗ ਜਾਏਗਾ ਵੀ ਆਪਾਂ ਨਹੀਂ ਕਰਨਾ ਚਾਹੀਦਾ, ਕਿਸੇ ਨੂੰ ਸਬਜੂਗੇਟ ਨਹੀਂ ਕਰਨਾ ਚਾਹੀਦਾ। ਤਾਂ ਇਹ ਚੀਜ਼ ਸਭ ਕੁਝ ਸਿਖਾਉਂਦੀ ਹੈ, ਤੇ ਐਕਸਪੀਰੀਅੰਸ ਇਜ਼ ਬਿਗ ਥਿੰਗ, ਸਭ ਐਕਸਪੀਰੀਅੰਸ ਆਉਂਦੇ ਨੇ। ਐਕਸਪੀਰੀਅੰਸ ਇੱਥੇ ਬਹੁਤ ਚੀਜ਼ਾਂ ਪਤਾ ਚੱਲਦੀਆਂ ਨੇ, ਨਵੀਆਂ ਚੀਜ਼ਾਂ ਵੀ ਪਤਾ ਚੱਲਦੀਆਂ ਨੇ, ਹੈ ਨਾ। ਆਪਣੇ ਵੀ ਪਰਾਏ ਹੋ ਜਾਂਦੇ, ਪਰਾਏ ਆਪਦੇ ਹੋ ਜਾਂਦੇ ਹੈ ਨਾ। ਐਵੇਂ ਹੋ ਜਾਂਦਾ ਹੈ ਕਿ ਜੋ ਸਟੂਡੈਂਟਸ ਨੇ ਨਾਲ ਦੇ ਉਹ ਤੁਹਾਡੀ ਫੈਮਿਲੀ ਬਣ ਜਾਂਦੇ ਹੈ, ਕਿਉਂਕਿ ਤੁਹਾਡੇ ਕੋਲ ਕੋਈ ਹੋਰ ਨਹੀਂ ਹੁੰਦਾ ਹੈ ਨਾ। ਕੋਈ ਵੀ ਫੈਸਟੀਵਲ ਹੋਵੇ, ਕੁਝ ਵੀ ਹੋਵੇ, ਤੁਸੀਂ ਉਹਨਾਂ ਨੂੰ ਵੇਖਦੇ ਹੋ, ਤੁਸੀਂ ਉਹਨਾਂ ਨਾਲ ਸੈਲੀਬ੍ਰੇਟ ਕਰਦੇ ਹੋ, ਤਾਂ ਕਿਤੇ ਨਾ ਕਿਤੇ ਉਹ ਤੁਹਾਡੀ ਫੈਮਿਲੀ ਬਣ ਜਾਂਦੇ ਹੈ। ਬਟ ਸਟਿਲ ਆਪਣੇ ਆਪ ਨੂੰ
ਲਾਈਕ ਆਪਣੇ ਬਾਰੇ ਸੋਚ ਕੇ ਆਏ ਹੋ। ਬਹੁਤ ਜਦ ਅਸੀਂ ਇੰਡੀਆ ਹੁੰਦੇ ਹਾਂ ਸਾਡੇ ਕੋਲ ਬਹੁਤ ਵੇਗ ਰੀਜ਼ਨਸ ਹੁੰਦੇ ਨੇ ਹੈ ਨਾ, ਕਿ ਜਾਵਾਂਗੇ ਕੰਮ ਕਰਾਂਗੇ, ਦਿਨ ਦਿਹਾੜੀ ਦੇ ਇੰਨੇ ਡਾਲਰ ਬਣ ਜਾਣਗੇ, ਇੰਨੇ ਬਚਾ ਲਾਂਗੇ, ਇੱਦਾਂ ਕੁਛ ਲਾਈਕ ਹੁੰਦਾ ਆ। ਬਟ ਇੱਥੇ ਪੇੜ ਤੇ ਸੱਚੀ ਨਹੀਂ ਲੱਗੇ ਹੁੰਦੇ, ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ, ਬਹੁਤ ਜ਼ਿਆਦਾ ਕਰਨੀ ਪੈਂਦੀ ਆ, ਭੁੱਖੇ ਢਿੱਡ ਵੀ ਸੋਣਾ ਪੈਂਦਾ ਹੈ ਬਿਲਕੁਲ। ਹਾਂ ਕਦੇ ਕਵਾਰ ਇਟਸ ਓਕੇ। ਹਾਂ ਤੇ ਜੋ ਮਰਜ਼ੀ ਲਾਈਕ ਜੋ ਮਰਜ਼ੀ ਖਾਓ, ਜੋ ਮਰਜ਼ੀ ਕਰੋ, ਉਹ ਜੀ ਕੋਈ ਗੱਲ ਨਹੀਂ ਹੈਗੀ, ਬਟ ਸਟਿਲ ਪ੍ਰਿਪੈਰੇਸ਼ਨ ਹੋਣੀ ਚਾਹੀਦੀ ਹੈ। ਬਾਕੀ ਯੈਸ ਆਟਵਾ ਚ ਕੰਮ ਕਰਨ ਦਾ ਬਹੁਤ ਫਾਇਦਾ ਹੁੰਦਾ ਹੈ, ਤੁਸੀਂ ਗਰੋ ਕਰਦੇ ਹੋ ਬਹੁਤ ਜ਼ਿਆਦਾ, ਤੁਸੀਂ ਬਹੁਤ ਗਰੋ ਜ਼ਿਆਦਾ ਕਰਦੇ ਤੁਹਾਨੂੰ ਹੋ। ਪਤਾ ਇੱਥੇ ਯੂਰਪ ਗੋਰੇ ਜ਼ਿਆਦਾ ਨੇ, ਤੁਹਾਨੂੰ ਪਤਾ ਇੱਥੇ। ਐਂਡ ਦੈਨ ਬੇਸਿਕਲੀ ਕੀ ਆ ਕਿ ਕੈਪੀਟਲ ਆ ਆਟਵਾ 'ਚ ਜੋ ਤੁਹਾਨੂੰ ਬੈਨੀਫਿਟਸ, ਜੋ ਤੁਹਾਨੂੰ ਓਪਰਚੁਨਿਟੀਜ਼ ਮਿਲਣਗੀਆਂ ਉਹ ਤੁਹਾਨੂੰ ਕਿਤੇ ਨਹੀਂ ਮਿਲਣਗੀਆਂ। ਉਹ ਤੁਸੀਂ ਕਿਤੇ ਟੋਰਾਂਟੋ ਚਲੇ ਜਾਓ, ਵੈਂਕੂਵਰ ਚਲੇ ਜਾਓ, ਬ੍ਰਿਟਿਸ਼ ਕੋਲੰਬੀਆ ਚਲੇ ਜਾਓ, ਵੈਂਕੂਵਰ ਦੇ ਵਿੱਚ ਹੀ ਆ। ਜੇ ਤੁਸੀਂ ਐਡਮਿੰਟਨ ਵਾਲੀ ਸਾਈਡ ਵੀ ਜਾਂਦੇ ਹੋ, ਸਾਰੀਆਂ ਬਹੁਤ ਅੱਛੀਆਂ ਨੇ ਸਿਟੀਜ਼, ਬਹੁਤ ਅੱਛੀਆਂ ਸਟੇਟਸ ਨੇ, ਸਾਰਿਆਂ ਦੇ ਆਪਦੇ ਬੈਨੀਫਿਟਸ ਹੈ, ਬਟ ਕੈਪੀਟਲ ਹੀ ਰਹਿੰਦਾ ਹੈ। ਸੋ ਜੋ ਕੈਪੀਟਲ ਦੇ ਬੈਨੀਫਿਟਸ ਨੇ, ਗਵਰਨਮੈਂਟ ਦੇ ਅਰਾਊਂਡ ਹੋਣਾ ਐਂਡ ਉਹਨਾਂ ਦੇ ਆਰਗੇਨਾਈਜੇਸ਼ਨਸ ਨੂੰ ਇੰਨੀ ਕਲੋਜ਼ਲੀ ਦੇਖਣਾ, ਉਹ ਬਹੁਤ ਹੀ ਅੱਛਾ ਇੱਕ ਬੈਨੀਫਿਟ ਹੈ। ਸੋ ਵੈਨ ਯੂ ਕਮ ਟੂ ਕਿਊਬੈਕ, ਜਦ ਤੁਸੀਂ ਗੈਟੀਨੋ ਦੇ ਵਿੱਚ ਆਉਂਦੇ ਹੋ ਤਾਂ ਉਹਦੇ ਤੁਹਾਨੂੰ ਬਹੁਤ ਬੈਨੀਫਿਟਸ ਹੈ, ਕਿਉਂਕਿ ਤੁਸੀਂ ਕਿਊਬੈਕ ਦੇ ਵਿੱਚ ਰਹਿ ਸਕਦੇ ਹੋ, ਪੜ੍ਹ ਸਕਦੇ ਹੋ, ਹਾਊਸਿੰਗ ਥੋੜੀ ਸਸਤੀ ਹੈਗੀ ਆ ਇੱਥੇ, ਜੋ ਕਿ ਆਟਵਾ 'ਚ ਥੋੜੀ ਮਹਿੰਗੀ ਹੈਗੀ ਆ। ਇੱਥੇ ਗੱਡੀਆਂ ਦੀ ਇੰਸ਼ੋਰੈਂਸ ਕਿਊਬੈਕ ਦੇ ਵਿੱਚ ਸਸਤੀਆਂ ਹੈਗੀਆਂ ਨੇ, ਬਟ ਓਨਟਾਰੀਓ 'ਚ ਬਹੁਤ ਮਹਿੰਗੀ ਹੈਗੀ ਹੈ। ਸੋ ਉਸ ਤਰੀਕੇ ਦੇ ਐਂਡ ਕੰਮ ਤੁਸੀਂ ਓਨਟਾਰੀਓ ਕਰ ਸਕਦੇ ਹੋ, ਤਾਂ ਬਹੁਤ ਹੀ ਬੈਲੈਂਸ ਹੈਗਾ। ਜਦ ਤੁਹਾਡਾ ਜੀ ਕਰੇ ਤੁਸੀਂ ਓਨਟਾਰੀਓ ਜਾ ਸਕਦੇ ਹੋ, ਜਦ ਤੁਹਾਡਾ ਜੀ ਕਰੇ ਤੁਸੀਂ ਉੱਠ ਕੇ ਜਾ ਸਕਦੇ ਹੋ। ਗੈਟੀਨੋ 'ਚ ਵੀ ਕੁਛ ਇੰਡੀਅਨ ਸਟੂਡੈਂਟਸ ਹੈਗੇ ਆ ਐਂਡ ਆਟਵਾ 'ਚ ਬਹੁਤ ਇੰਡੀਅਨਸ ਨੇ। ਲੱਗਦਾ ਹੁੰਦਾ ਕਿ ਨਹੀਂ ਹੈਗੇ, ਬਟ ਐਕਚੁਅਲੀ ਬਹੁਤ ਨੇ ਆਟਵਾ ਦੇ ਵਿੱਚ ਇੰਡੀਅਨਸ, ਲੱਭਣੇ ਪੈਂਦੇ ਨੇ ਪਰ ਤੁਹਾਨੂੰ ਹੈਗੇ ਨੇ, ਲੱਭਣੇ ਪੈਂਦੇ ਨੇ। ਹਾਂ ਲੱਭਣੇ ਪੈਂਦੇ ਬਟ ਮਿਲ ਜਾਂਦੇ, ਐਵੇਂ ਨਹੀਂ ਹੈ ਕਿ ਨਹੀਂ ਹੈਗੇ। ਬਟ ਸਭ ਤੋਂ ਵੱਡੀ ਗੱਲ ਤੁਹਾਨੂੰ ਦੋ ਪ੍ਰੋਵਿੰਸ ਦੇ ਰੂਲਸ ਐਂਡ ਰੈਗੂਲੇਸ਼ਨ ਪਤਾ ਲੱਗ ਜਾਂਦਾ, ਰਾਈਟ ਕਿਊਬਿਕ ਤੇ ਓਨਟਾਰੀਓ ਦੇ। ਐਂਡ ਤੁਹਾਡੇ ਕੋਲ ਚੋਇਸ ਹੁੰਦੀ ਆ ਕਿ ਤੁਸੀਂ ਕੱਲ ਨੂੰ ਜੇ ਪੀਆਰ ਅਪਲਾਈ ਕਰਨੀ ਵੀ ਹੈ ਤਾਂ ਤੁਸੀਂ ਕਿਹੜੇ ਪ੍ਰੋਵਿੰਸ ਦੇ ਵਿੱਚ ਕਰਨੀ ਹੈ। ਇਹ ਇੱਕ ਬਹੁਤ ਵੱਡਾ ਬੈਨੀਫਿਟ ਹੁੰਦਾ ਹੈ, ਕਿਉਂਕਿ ਤੁਸੀਂ ਸੋਚ ਕੇ ਉੱਧਰੋਂ ਕਿਊਬੈਕ ਦੀ ਪੀਆਰ ਚਾਹੁੰਦੇ ਹੋ, ਬਟ ਇੱਥੇ ਆ ਕੇ ਤੁਹਾਨੂੰ ਕਦੇ ਕਵਾਰ ਲੱਗਦਾ ਕਿ ਥੋੜਾ ਡਿਫਿਕਲਟ ਆ, ਰਾਈਟ, ਫ੍ਰੈਂਚ ਦੇ ਕਰਕੇ ਏਦਾਂ ਇੰਨੀ ਕੋਈ ਹਵਾ ਵੀ ਨਹੀਂ ਹੈਗੀ ਫ੍ਰੈਂਚ ਕਰਨ ਨੂੰ, ਕਰ ਸਕਦੇ ਹੋ ਤੁਸੀਂ 2 ਸਾਲ ਚ ਤੁਸੀਂ ਕੱਢ ਸਕਦੇ ਹੋ ਡਿਟਰਮੈਂਟ ਹੋ ਕੇ, ਜੇ ਤੁਸੀਂ ਫੋਕਸ ਹੋ ਤੇ ਕਰ ਸਕਦੇ ਹੋ। ਬਟ ਸਟਿਲ ਜੇ ਤੁਸੀਂ ਓਨਟਾਰੀਓ, ਕਿਉਂਕਿ ਕਿਤੇ ਨਾ ਕਿਤੇ ਤੁਹਾਨੂੰ ਆਪਦੀ ਕਮਿਊਨਿਟੀ ਦਾ ਪਿਆਰ ਹੁੰਦਾ ਹੀ ਹੁੰਦਾ। ਜੇ ਤੁਸੀਂ ਓਨਟਾਰੀਓ 'ਚ ਦੇਖੋਗੇ, ਆਟਵਾ 'ਚ ਦੇਖੋਗੇ ਪੰਜਾਬੀ ਆ ਕੋਈ ਵੀ ਇੰਡੀਅਨ ਹੈ ਨਾ, ਤੇ ਤੁਹਾਡਾ ਜੀ ਕਰੂਗਾ ਕਿ ਮੈਂ ਉੱਥੇ ਜਾਵਾਂ, ਕਿਉਂਕਿ ਉੱਥੇ ਜ਼ਿਆਦਾ ਨੇ। ਤੁਸੀਂ ਓਨਟਾਰੀਓ ਦੀ ਅਪਲਾਈ ਕਰੋਗੇ, ਸੋ ਬੋਥ ਪ੍ਰੋਵਿੰਸਿਸ ਦੇ ਤੁਹਾਨੂੰ ਬੈਨੀਫਿਟਸ ਮਿਲਦੇ ਆ। ਸੋ ਜ਼ਰੂਰ ਸੋਚ ਕੇ ਆਇਓ ਕਿ ਜੇ ਤੁਸੀਂ ਕਿਊਬੈਕ ਵੀ ਆ ਰਹੇ ਹੋ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ, ਆਟਵਾ 'ਚ ਕੰਮ ਕਰ ਸਕਦੇ ਹੋ। ਜੇ ਤੁਸੀਂ ਗੈਟੀਨੋ ਸਪੈਸ਼ਲੀ ਆ ਰਹੇ ਹੋ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ, ਤੁਸੀਂ ਆਟਵਾ ਦੇ ਵਿੱਚ ਕੰਮ ਕਰ ਸਕਦੇ ਹੋ। ਸਿਰਫ ਮਿਥਸ ਹੁੰਦੀਆਂ ਨੇ ਕਿ ਕਿਊਬੈਕ ਜਾ ਕੇ ਐਵੇਂ ਹੁੰਦਾ ਹੈ, ਉਵੇਂ ਹੁੰਦਾ ਹੈ, ਜਾਂ ਫ੍ਰੈਂਚ ਦੀ ਬਹੁਤ ਪ੍ਰੋਬਲਮ ਹੁੰਦੀ ਹੈ। ਨੋ ਡਾਊਟ ਹੈ ਫ੍ਰੈਂਚ ਕਮਿਊਨਿਟੀ ਹੈਗੀ ਆ, ਐਂਡ ਇੱਥੇ ਸਾਈਨ ਬੋਰਡ ਸਾਰਾ ਕੁਝ ਫ੍ਰੈਂਚ 'ਚ ਹੈਗਾ, ਕੁਛ ਇੰਗਲਿਸ਼ 'ਚ ਨਹੀਂ ਹੈਗਾ। ਬਟ ਇੱਦਾਂ ਨਹੀਂ ਹੈਗਾ ਕਿ ਤੁਹਾਨੂੰ ਸਮਝ ਨਹੀਂ ਆਏਗਾ। ਤੁਸੀਂ ਸਿੱਖ ਜਾਂਦੇ ਹੋ, ਜਿਵੇਂ ਜਿਵੇਂ ਤੁਸੀਂ ਰਹੋਗੇ ਸਿੱਖ ਜਾਓਗੇ। ਯੈਸ ਐਬਸੋਲੂਟਲੀ, ਹਾਂ ਤੁਹਾਨੂੰ ਬਥੇਰਾ ਵਰਡਸ ਪਤਾ ਲੱਗ ਜਾਂਦੇ ਨੇ, ਈਜ਼ੀ ਵੀ ਹੋ ਜਾਂਦਾ ਚਲੋ ਸਿੱਖਣਾ, ਬਹੁਤ ਈਜ਼ੀ ਹੋ ਜਾਂਦਾ ਨੇ, ਬਹੁਤ ਜਿਹੜਾ ਚਲੋ ਵਧੀਆ ਗ੍ਰੈਬ ਕਰ ਸਕਦਾ ਉਹਨੂੰ ਲੱਗਦਾ ਵੀ ਚਲੋ ਮੈਂ ਸਿੱਖ ਸਕਦਾ, ਉਹ ਫ੍ਰੈਂਚ ਲਰਨ ਵੀ ਕਰ ਸਕਦਾ। ਰਾਈਟ, ਸੋ ਉਸ ਚੀਜ਼ ਦਾ ਜੇ ਤੁਸੀਂ ਗੈਟੀਨੋ ਆਉਂਦੇ ਹੋ ਤਾਂ ਬੈਨੀਫਿਟਸ ਕਿਵੇਂ ਗ੍ਰੈਬ ਕਰਨੇ ਆ ਤੁਸੀਂ ਓਨਟਾਰੀਓ ਦੇ ਤੇ ਗੈਟੀਨੋ ਦੇ, ਉਹ ਸੋਚ ਕੇ ਆਏ ਹੋ। ਆਈ ਮੀਨ ਲਾਈਕ ਕਿਊਬੈਕ ਤੇ ਓਨਟਾਰੀਓ ਦੇ ਕੀ ਬੈਨੀਫਿਟਸ ਨੇ ਜੋ ਤੁਸੀਂ ਗ੍ਰੈਬ ਕਰ ਸਕਦੇ ਹੋ ਇਕੱਠੇ ਇੱਕ ਸਿਟੀ ਦੇ ਵਿੱਚ ਰਹਿ ਕੇ, ਲਾਈਕ ਇਕੱਠੇ ਸਟੇਟਸ ਦੇ ਵਿੱਚ ਰਹਿ ਕੇ, ਉਹ ਜ਼ਰੂਰ ਸੋਚ ਕੇ ਆਇਓ। ਆਟਵਾ ਬਹੁਤ ਜ਼ਿਆਦਾ ਬਿਊਟੀਫੁਲ ਹੈ, ਇਟਸ ਅ ਵੈਰੀ ਬਿਊਟੀਫੁਲ ਸਿਟੀ, ਇਟਸ ਅ ਵੈਰੀ ਬਿਊਟੀਫੁਲ ਸਟੇਟ ਐਂਡ ਇਟਸ ਦ ਕੈਪੀਟਲ। ਇੱਥੇ ਤੁਹਾਨੂੰ ਪਾਰਲੀਮੈਂਟ ਦਿਸੂਗੀ, ਕਦੇ ਨਾ ਕਦੇ ਤੁਰਦੇ ਫਿਰਦੇ ਟਰੂਡੋ ਵੀ ਦਿਸ ਸਕਦਾ ਹੈ, ਮੈਂ ਦੇਖਿਆ ਸੀ ਟਰੂਡੋ ਵੀ ਦੇਖਿਆ ਹੈਗਾ ਉੱਤੇ ਫਿਰਦੇ ਆ। ਸੋ ਇਮੈਜਿਨ ਲਾਈਕ ਤੁਹਾਨੂੰ ਬਹੁਤ ਵੱਡੇ ਲੋਕ ਇੱਧਰ ਦੇ ਐਵੇਂ ਹੀ ਮਿਲ ਜਾਂਦੇ ਨੇ। ਸੋ ਇਹ ਵੀ ਬੈਨੀਫਿਟ ਹੈ, ਇਹ ਵੀ ਇੱਕ ਫੈਂਟਸੀ ਹੁੰਦੀ ਹੈ ਇਹਨਾਂ ਲੋਕਾਂ ਨੂੰ ਦੇਖਣਾ ਜੋ ਇੱਧਰ ਦੇ ਗਵਰਨਮੈਂਟ ਦੇ ਹੈਗੇ ਨੇ। ਸੋ ਇਹ ਬਹੁਤ ਵੱਡੀ ਫੈਂਟਸੀ ਹੈ। ਗੈਟੀਨੋ ਵੀ ਬਹੁਤ ਬਿਊਟੀਫੁਲ ਹੈਗਾ, ਇਟਸ ਅ ਬਿਊਟੀਫੁਲ ਕੰਟਰੀ, ਬਟ ਫਿਰ ਵੀ ਇੰਡੀਆ ਨਹੀਂ ਹੈਗਾ, ਬਟ ਸਟਿਲ ਇਟਸ ਅ ਬਿਊਟੀਫੁਲ ਕੰਟਰੀ। ਬਾਕੀ ਇੱਥੇ ਵੀ ਰੋਡਸ ਟੁੱਟੀਆਂ ਨੇ, ਇੱਦਾਂ ਕੁਛ ਨਹੀਂ ਹੈ ਇੱਥੇ ਰੋਡਸ ਟੁੱਟੀਆਂ ਨਹੀਂ ਹੈਗੀਆਂ।
ਬਹੁਤ ਬੁਰਾ ਹਾਲ ਹੁੰਦਾ ਹੈ ਇੱਥੇ ਵੀ ਵਿੰਟਰ 'ਚ ਸਪੈਸ਼ਲੀ ਜ਼ਿਆਦਾ ਬੁਰਾ ਹਾਲ ਹੁੰਦਾ ਐਂਡ ਹੈਗਾ। ਵਿੰਟਰ 'ਚ ਸਨੋ ਕਰਕੇ ਬਹੁਤ ਬੁਰਾ ਹਾਲ ਹੁੰਦਾ, ਬਲੈਕ ਸਨੋ ਹੋ ਜਾਂਦੀ ਹੈ। ਸੋ ਇੱਥੇ ਵੀ ਬਹੁਤ ਖਾਮੀਆਂ ਹੈਗੀਆਂ। ਇਟਸ ਨਾਟ ਲਾਈਕ ਕਿ ਨਹੀਂ ਆ ਇੰਡੀਆ ਤੋਂ ਲੱਗਦਾ ਕਿ ਕੈਨੇਡਾ ਜਾਂ ਕਿਸੇ ਪਰਟੀਕੂਲਰ ਸਟੇਟ ਦੇ ਵਿੱਚ ਸਿਰਫ ਔਰ ਸਿਰਫ ਕੀੜੇ ਨੇ, ਪਰ ਐਦਾਂ ਕੁਛ ਨਹੀਂ ਹੈਗਾ। ਇੱਥੇ ਵੀ ਉਨੀਆਂ ਹੀ ਖਾਮੀਆਂ ਜੋ ਇੰਡੀਆ ਦੇ ਵਿੱਚ ਹੈਗੀਆਂ ਨੇ। ਇੱਥੇ ਦੂਜੇ ਤਰੀਕੇ ਇਫੈਕਟ ਹੁੰਦਾ, ਇੰਡੀਆ 'ਚ ਦੂਜੇ ਤਰੀਕੇ ਇਫੈਕਟ ਹੁੰਦਾ ਹੈ। ਬਸ ਤੁਸੀਂ ਜੇ ਇੱਥੇ ਕੈਨੇਡਾ 'ਚ ਆਉਣਾ, ਤੁਸੀਂ ਐਨ ਹੋ ਤੁਸੀਂ ਵੀ ਡਿਪੈਂਡੈਂਟ ਹੋ ਕੇ ਨਾ ਆਇਓ ਕਿਸੇ ਤੇ Yeah. ਵੀ ਮੇਰਾ ਫਰੈਂਡ ਹੈਗਾ, ਚਲੋ ਮੇਰਾ ਉਹ ਟੇਕ ਕੇਅਰ ਕਰ ਲੂਗਾ। ਨਹੀਂ। ਤੁਸੀਂ ਜੇ ਆ ਰਹੇ ਹੋ ਬਸ ਇਹ ਸੋਚ ਕੇ ਆਇਓ ਵੀ ਮੈਂ ਇਕੱਲਾ ਜਾ ਰਿਹਾ ਹਾਂ ਰਾਈਟ ਤੇ ਸਭ ਕੁਝ ਮੈंने ਇਕੱਲਾ ਕਰਨਾ ਹੈ, ਕਿਸੇ ਤੇ ਡਿਪੈਂਡੈਂਟ ਨਹੀਂ ਹੋਣਾ। ਨਹੀਂ ਕਿ ਮੈਂ ਇੰਡੀਪੈਂਡੈਂਟਲੀ ਇਹ ਚੀਜ਼ ਆਪਣੇ ਲਈ ਕਰ ਸਕਦਾ ਤਾਂ ਜ਼ਰੂਰ ਆਓ। ਐਂਡ ਡਿਪੈਂਡੈਂਟ ਹੋਵੋ ਲੇਕਿਨ ਇਮੋਸ਼ਨਲ ਸਪੋਰਟ ਲਈ ਹੋਵੋ। ਮੋਨਿਟਰੀ ਕਦੇ ਵੀ ਨਾ ਹੋਵੋ। ਕਿਸੇ ਰਹਿਣ ਦੇ ਲਾਈਕ ਐਜ਼ ਅ ਸ਼ੈਲਟਰ ਕਦੇ ਨਾ ਹੋਵੋ, ਹੈ ਨਾ। ਇੱਥੇ ਇਹ ਚੀਜ਼ਾਂ ਐਕਚੁਅਲੀ ਜੋ ਪ੍ਰੋਬਲਮ ਕ੍ਰੀਏਟ ਕਰਦੀਆਂ ਨੇ, ਪੈਸੇ ਰਹਿਣਾ, ਹੈ ਨਾ, ਇਹ ਸਾਰੀਆਂ ਚੀਜ਼ਾਂ ਬਹੁਤ। ਮੈਡੀਕਲ ਫੈਸਿਲਿਟੀਜ਼ ਮੇਰਾ ਪਰਸਨਲ ਐਕਸਪੀਰੀਅੰਸ ਹੈ, ਜਦ ਤੁਸੀਂ ਇੱਥੇ ਆਉਂਦੇ ਹੋ ਪਲੀਜ਼ ਆਪਣਾ ਇਮਿਊਨ ਸਿਸਟਮ ਬਹੁਤ ਸਟਰੋਂਗ ਕਰਕੇ ਆਇਓ। ਇੱਥੇ ਮੈਡੀਕਲ ਫੈਸਿਲਿਟੀਜ਼ ਬਹੁਤ ਡਿਫਰੈਂਟ ਤਰੀਕੇ, ਬਹੁਤ ਐਕਸਪੈਂਸਿਵ ਨੇ, ਬਹੁਤ ਡਿਫਰੈਂਟ ਤਰੀਕੇ ਦੀਆਂ ਹੈਗੀਆਂ ਨੇ। ਇੱਥੇ ਤੁਹਾਨੂੰ ਇੰਡੀਆ ਵਰਗਾ ਕਿਸੇ ਵੀ ਡਾਕਟਰ ਤੇ ਜਾਓ ਤੁਹਾਨੂੰ ਦੇਖ ਲਏਗਾ ਐਵੇਂ ਨਹੀਂ ਹੁੰਦਾ। ਇੱਥੇ ਇੱਕ ਪ੍ਰੋਪਰ ਸਟੈਪਸ ਹੁੰਦੇ ਜੋ ਤੁਹਾਨੂੰ ਫੋਲੋ ਅਪਾਇੰਟਮੈਂਟ ਕਰਨੇ ਲੈਣੀ ਪੈਂਦੇ ਪੈਂਦੀ ਹੈ। ਹੈ। ਅਪਾਇੰਟਮੈਂਟ ਉਹ ਵੀ ਫਿਰ ਤੁਹਾਡੇ ਕੋਲ ਕਾਰਡ ਨਹੀਂ ਹੁੰਦਾ ਇੱਧਰ ਦਾ, ਐਂਡ ਬਥੇਰੇ ਪੈਸੇ ਲੱਗ ਜਾਂਦੇ ਆ। ਲਾਈਕ ਡਾਲਰ ਐਕਚੁਅਲੀ ਤਦ ਪਤਾ ਚੱਲਦਾ ਹੈ ਕਿ ਡਾਲਰ ਦੀ ਕੀ ਕੀਮਤ ਹੁੰਦੀ ਆ। ਐਂਡ ਤੁਸੀਂ ਹੌਲੀ ਹੌਲੀ ਤੁਹਾਨੂੰ ਪਤਾ ਚੱਲਦਾ ਕਿ ਇੱਥੇ ਦਵਾਈਆਂ ਕਿੰਨੀਆਂ ਮਹਿੰਗੀਆਂ ਨੇ, ਜਾਂ ਇੱਥੇ ਡੈਂਟਲ ਕਿੰਨਾ ਮਹਿੰਗਾ, ਜਾਂ ਸਪੈਕਸ ਕਿੰਨੀਆਂ ਮਹਿੰਗੀਆਂ ਨੇ, ਹੈ ਨਾ। No doubt we should have you have insurance. You have insurance, but still insurance does not work everywhere. I mean, it's a very big problem if you do not have a health card Canada ਦਾ। ਸੋ ਇਸ ਕਰਕੇ ਆਪਣਾ ਇਮਿਊਨ ਸਿਸਟਮ ਸਟਰੋਂਗ ਕਰਿਓ। ਪਰ ਅਦਰਵਾਈਜ਼ ਜੇ ਨਹੀਂ ਕੋਈ ਪ੍ਰੋਬਲਮ ਇੱਥੇ ਆ ਕੇ ਹੋ ਜਾਂਦੀ ਹੈ, ਵਿਚ ਇਜ਼ ਫੋਰਚੂਨੇਟ ਅਨਫੋਰਚੂਨੇਟ, ਕਿਸੇ ਨੂੰ ਵੀ ਹੋ ਸਕਦੀ ਹੈ। ਐਂਡ ਕਲਾਈਮੇਟ ਚੇਂਜ ਹੁੰਦਾ ਹੈ, ਬਹੁਤ ਕੁਝ ਹੁੰਦਾ ਹੈ, ਤੇ ਕਿਸੇ ਨੂੰ ਵੀ ਪ੍ਰੋਬਲਮ ਆ ਸਕਦੀ ਹੈ। ਤੇ ਵਾਕਿੰਗ ਕਲੀਨਿਕਸ ਹੁੰਦੇ ਨੇ ਨੋ ਡਾਊਟ, ਪਰ ਉਹਨਾਂ ਵਾਕਿੰਗ ਕਲੀਨਿਕਸ 'ਤੇ ਤੁਹਾਡੇ ਪੈਸੇ ਲੱਗਦੇ ਨੇ। ਐਂਡ ਤੁਸੀਂ ਪ੍ਰਿਪੇਅਰ ਲਾਈਕ ਹਰ ਇੱਕ ਵਰਡਸ ਲਈ ਪ੍ਰਿਪੇਅਰ ਹੋ ਕੇ ਆਉਣਾ ਚਾਹੀਦਾ। ਇੱਥੇ ਡੈਂਟਲ ਬਹੁਤ ਐਕਸਪੈਂਸਿਵ ਆ, ਬਹੁਤ ਜ਼ਿਆਦਾ। ਇੱਥੇ ਆਈ ਕੇਅਰ ਬਹੁਤ ਜ਼ਿਆਦਾ ਐਕਸਪੈਂਸਿਵ ਆ। ਸੋ ਇਫ ਯੂ ਵੇਅਰ ਸਪੈਕਟੀਕਲਸ ਤਾਂ ਟਰਾਈ ਕਰੋ ਕਿ ਤੁਹਾਡੇ ਕੋਲ 3-4 ਐਕਸਟਰਾ ਹੋਣ, ਐਕਸਟਰਾ ਤੇ ਲੈ ਕੇ ਆਓ। ਕਿਉਂਕਿ ਇੱਥੇ ਜੇ ਇੱਕ ਟੁੱਟ ਗਈਆਂ ਤੇ ਤੁਹਾਡੇ $500 500-600 ਤਾਂ ਬਸ ਗਿਆ ਸਿਰਫ ਫਰੇਮ ਤੇ ਗਏ, ਬਾਕੀ ਚੀਜ਼ਾਂ ਵੀ ਛੱਡੋ। ਸੋ ਮੈਡੀਕਲ ਫੈਸਿਲਿਟੀਜ਼ ਇੱਥੇ ਬਹੁਤ ਅਲੱਗ ਨੇ। ਇੰਡੀਆ ਜਿੱਥੇ ਵੀ ਤੁਸੀਂ ਜਾਓ ਕੋਈ ਵੀ ਡਾਕਟਰ ਤੁਹਾਨੂੰ ਦੇਖ ਲੈਂਦਾ ਸੀ, ਇੱਥੇ ਐਵੇਂ ਨਹੀਂ ਹੁੰਦਾ। ਇੱਥੇ ਬਹੁਤ ਜ਼ਿਆਦਾ ਪ੍ਰੋਸੈਸ ਹੁੰਦਾ ਨੇ, ਸਟੈਪਸ ਹੁੰਦੇ ਨੇ ਜੋ ਫੋਲੋ ਕਰਨੇ ਪੈਂਦੇ ਆ। ਸੋ ਟਰਾਈ ਕਰੋ ਕਿ ਆਪਣੇ ਇਮਿਊਨ ਸਿਸਟਮ ਨੂੰ ਸਟਰੋਂਗ ਰੱਖੋ। ਤੇ ਦੂਜੇ ਜੇ ਕਦੇ ਕੋਈ ਪ੍ਰੋਬਲਮ ਹੋ ਵੀ ਜਾਂਦੀ ਹੈ ਤੇ ਵਾਕਿੰਗ ਕਲੀਨਿਕਸ ਹੁੰਦੇ ਨੇ, ਉਹਨਾਂ ਨੂੰ ਕੰਟੈਕਟ ਕਰੋ ਜੋ ਥੋੜੇ ਸਸਤੇ ਹੁੰਦੇ ਨੇ ਦੈਨ ਹਸਪੀਟਲਸ। ਐਮਰਜੈਂਸੀਜ਼ ਜੋ ਹੁੰਦੀਆਂ ਇੱਥੇ ਹਸਪੀਟਲਸ ਦੀਆਂ, ਉਹ ਤੁਹਾਨੂੰ ਇੰਨਾ ਧਿਆਨ ਨਹੀਂ ਦਿੰਦੀਆਂ। ਲਾਈਕ ਸਾਡੇ ਫਰੈਂਡਸ ਵੀ ਰਹੇ ਨੇ, ਉਹਨਾਂ ਨੂੰ 10-10 ਘੰਟੇ ਹਸਪੀਟਲ ਬਸ ਬਹਿਣਾ ਪਿਆ ਤੇ ਕਿਸੇ ਨੂੰ ਉਹਨਾਂ ਨੂੰ ਵੇਖਿਆ ਵੀ ਨਹੀਂ, ਬਿਕੋਜ਼ ਇਟਸ ਜਸਟ ਉਹਨਾਂ ਦਾ ਉਹ ਪ੍ਰੋਸੈਸ ਹੈਗਾ। ਉੱਥੇ ਹੋਰ ਕੁਝ ਨਹੀਂ ਹੁੰਦਾ। ਉਹਨਾਂ ਦਾ ਜੋ ਪ੍ਰੋਸੈਸ ਹੈ ਕਿ ਉਹ ਫੋਲੋ ਕਰਦੇ ਹੀ ਕਰਦੇ। ਇੱਥੇ ਜੋ ਮਰਜ਼ੀ ਹੋ ਜਾਵੇ। ਸੋ ਟਰਾਈ ਕਰੋ ਕਿ ਮੈਡੀਕਲ ਆਪਣਾ ਚੈੱਕਅਪ ਸਭ ਕੁਝ ਪ੍ਰੋਪਰ ਹੋਵੇ ਤੁਹਾਡਾ, ਸੋ ਦੈਟ ਤੁਹਾਨੂੰ ਇੱਥੇ ਆ ਕੇ ਕੋਈ ਇਹੋ ਜਿਹੀ ਪ੍ਰੋਬਲਮ ਨਾ ਫੇਸ ਕਰਨੀ ਪਵੇ। ਮੈਡੀਸਿਨ ਤੁਸੀਂ ਹੋ ਸਕਦਾ ਤਾਂ ਇੰਡੀਆ ਤੋਂ ਹੀ ਲੈ ਆਓ, ਕੋਈ ਜਿਹੜੀ ਤੁਹਾਨੂੰ ਜ਼ਰੂਰਤ ਹੈ। ਜਿੰਨੀ ਦੇਰ ਚੱਲਦੀਆਂ ਨੇ ਉਨੀ ਦੇਰ ਚੱਲਦੀਆਂ ਨੇ, ਪਰ ਅਦਰਵਾਈਜ਼ ਜੇ ਇੰਡੀਆ ਤੋਂ ਕੋਰੀਅਰ ਕਰਾਉਂਗੇ ਸਮਾਨ ਉਹ ਫਿਰ ਵੀ ਸਸਤਾ ਪਊਗਾ ਦੈਨ ਇੱਧਰੋਂ ਖਰੀਦਣ ਲਈ, ਕਿਉਂਕਿ ਇੱਧਰ ਬਹੁਤ ਜ਼ਿਆਦਾ ਐਕਸਪੈਂਸਿਵ ਹੁੰਦੀਆਂ ਨੇ ਕਈ ਚੀਜ਼ਾਂ। ਜੇ ਤੁਸੀਂ ਡਾਲਰ 'ਚ ਅਰਨ ਕਰਦੇ ਹੋ ਤਾਂ ਤੁਸੀਂ ਲਾਈਕ ਸਪੈਂਡ ਵੀ ਡਾਲਰ 'ਚ ਕਰਦੇ ਹੋ। ਇੰਡੀਅਨ